थैंक यू जी। Thank you गुरबख्श जी। सिंह मल्ली साहब, मल्ली जी हाँ जी, ਤੁਸੀਂ ਆਪਦਾ ਐਕਸਪੀਰੀਅੰਸ ਦੱਸੋ ਮਹਾਰਾਜ। ਕੈਨੇਡਾ ਦੇ ਵਿੱਚ ਸਾਰਾ ਚੇਂਜ ਲੈ ਕੇ ਆਂਦੀ ਹੈ, ਇੱਧਰ ਵੀ ਥੋੜਾ ਜਿਹਾ ਸਾਡਾ ਵੀ ਖਿਆਲ ਕਰੋ ਲੋਕਾਂ ਦਾ ਉੱਥੇ ਦਾ ਕੁਐਸਚਨ ਕਰੋ ਜੀ। ਵੈਸੇ ਅੱਗੇ ਨਾਲੋਂ ਅਵੇਅਰਨੈਸ ਤਾਂ ਬਹੁਤ ਆਈ ਹੋਈ ਆ ਹਾਂਜੀ ਪੰਜਾਬ ਦੇ ਵਿੱਚ, ਲੇਕਿਨ ਇਹ ਹੈ ਵੀ ਆਉਣ ਵਾਲੀ ਇਲੈਕਸ਼ਨ 'ਚ ਹੋਣੀ ਹੈ 2022 ਦੇ ਵਿੱਚ, ਇਹ ਕਿੱਥੋਂ ਕੁ ਤੱਕ ਜਿਹੜੀ ਅਵੇਅਰਨੈਸ ਹੈਗੀ ਆ ਇਹ ਕੰਮ ਕਰੇਗੀ, ਇਹ ਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਸਾਡੇ ਨਾਲ ਜ਼ਿਆਦਾ ਪਤਾ, ਹਾਂਜੀ ਲੇਕਿਨ ਫਿਰ ਵੀ ਇਹ ਤੇ ਕਨਸੈਂਟਰੇਟ ਹੋਰ ਕਰਨਾ ਚਾਹੀਦਾ ਤਾਂ ਕਿ ਅਵੇਅਰਨੈਸ ਦੀ ਜਿਹੜੀ ਲਹਿਰ ਹੈ ਇਹ ਵੀ ਬਣੀ ਰਵੇ। ਤੇ ਦੂਜਾ ਜਿਹੜਾ ਹੈ ਕਿ ਕੀ ਇੱਥੇ ਵੀ ਨਹੀਂ ਹੋਇਆ, ਕੋਸ਼ਿਸ਼ ਪਹਿਲਾਂ ਕਰਦੇ ਸੀ ਕਿ ਜਿਹੜਾ MLA ਜਾਂ ਜਿਹੜਾ ਮਿਨਿਸਟਰ ਜਾਂ ਜਿਹੜਾ ਚੀਫ ਮਿਨਿਸਟਰ ਹੈ, ਕੋਈ ਇਹੋ ਜਿਹੀ ਕਲਾਸ ਜੇ ਬਣ ਸਕਦੀ ਹੋਵੇ ਕਨਸਟੀਟਿਊਸ਼ਨ ਦੇ ਮੁਤਾਬਕ ਹੋ ਸਕਦਾ, ਜੇ ਪੰਜਾਬ ਵਾਲੇ ਕਰਨ ਤਾਂ ਕਨਸਟੀਟਿਊਸ਼ਨ ਦੇ ਵਿੱਚ ਫਿਰ ਉਹ ਰੁਕਾਵਟ ਆਵੇ ਅੱਗੇ ਕਿ ਰੀਕਾਲ ਦਾ, ਉਹਨਾਂ ਨੂੰ ਕੋਈ ਇਲੈਕਸ਼ਨ ਦੇ ਵਿੱਚ ਜਦੋਂ ਪਲੇਟਫਾਰਮ ਦਾ ਰੀਕਾਲ, ਜਿਹੜਾ ਵੀ ਤੁਹਾਡਾ MP ਹੈ ਜਾਂ MLA ਹੈ ਨਹੀਂ ਸੁਣਦਾ ਉਹਨੂੰ ਰੀਕਾਲ ਕੀਤਾ ਜਾਵੇ ਤਾਂ ਕਿ ਉਹ ਆਪਣੇ ਵਾਪਸ ਆ ਜਾਏ ਤੇ ਲੋਕ ਹੋਰ ਕੋਈ ਬੰਦਾ ਚੁਣ ਸਕਣ। ਮਨਜੀਤ ਸਿੰਘ ਜੀ, ਇਹ ਬਹੁਤ ਵੱਡਾ ਕੁਐਸਚਨ ਹੈ। ਇਹ ਕੈਲੀਫੋਰਨੀਆ ਚ ਇਸ ਵਾਰ ਹੋ ਰਿਹਾ ਹੈ, ਨਿਊ ਸਾਹਮਣੇ ਸਾਡੇ ਨਾਲ ਗਵਰਨਰ ਨੂੰ ਰੀਕਾਲ, ਇਹ ਸਿਸਟਮ ਹੋਣਾ ਚਾਹੀਦਾ ਉੱਥੇ। ਗੋ ਹੈਡ ਮਨਜੀਤ ਜੀ। ਹਾਂਜੀ, ਮੱਲੀ ਸਾਹਿਬ ਦਾ ਤੇ ਬਿਲਕੁਲ ਜਿਹੜੀ ਇਹਨਾਂ ਦੀ ਭਾਵਨਾ, ਅਸੀਂ 3-4 ਸਾਲਾਂ ਤੋਂ ਇਹ ਟੀਵੀਆਂ ਤੇ ਇੱਥੇ ਮੰਗ ਕਰ ਰਹੇ ਹਾਂ ਕਿ ਸਾਡੇ ਚੋਣ ਸੁਧਾਰ ਚਾਹੀਦੇ ਆ। ਹੋਇਆ ਇਹਦੇ ਬਿਲਕੁਲ ਉਲਟਿਆ। ਸੁਧਾਰ ਹੋਣ ਦੀ ਜਗ੍ਹਾ ਸਾਡੇ ਸਾਰੀ ਜਗ੍ਹਾ ਰਾਜਨੀਤੀ ਭਾਰੂ ਹੋ ਗਈ ਆ। ਇਲੈਕਸ਼ਨ ਕਮਿਸ਼ਨਰ ਇਹੋ ਜਿਹੇ ਲੱਗਦੇ ਆ ਜਿਹੜੇ ਸਰਕਾਰ ਦੀ ਅੱਖ ਦੇਖ ਕੇ ਕੰਮ ਕਰਦੇ ਆ, ਹਾਲਾਂਕਿ ਸੰਵਿਧਾਨਕ ਬਾਡੀ ਹੈਗੀ ਹੈ, ਉਹ ਆਪਣੇ ਤੌਰ ਤੇ ਆਜ਼ਾਦ ਹੈਗੇ ਆ, ਜਿਵੇਂ ਕੋਰਟਾਂ ਆਜ਼ਾਦ ਆ, ਆਜ਼ਾਦ ਤੌਰ ਤੇ ਫੈਸਲੇ ਲੈ ਸਕਦੀਆਂ। ਭਾਵੇਂ ਸਾਡੀਆਂ ਇਨਵੈਸਟੀਗੇਟਿੰਗ ਏਜੰਸੀਜ਼ ਆ, ਭਾਵੇਂ ਸਾਡੀਆਂ ਕੋਰਟ ਕਚਹਿਰੀਆਂ ਆ, ਭਾਵੇਂ ਸਾਡੇ ਇਲੈਕਸ਼ਨ ਕਮਿਸ਼ਨ ਦੀ ਬਾਡੀ ਹੈ, ਇਹ ਸਾਰਿਆਂ ਦਾ ਕਾਫੀ ਰਾਜਨੀਤਿਕ ਪ੍ਰਭਾਵ ਲੈ ਕੇ ਹੋਏ ਆ। ਉਹਨਾਂ ਨੂੰ ਵੀ ਲੱਗਦਾ ਕਿ ਕਾਹਨੂੰ ਪੰਗੇ ਲੈਣੇ। ਹੁਣ ਬਹੁਤ ਥੋੜੇ ਬੰਦੇ ਆ ਕਿ ਜਿਹੜੇ ਕਹਿੰਦੇ ਕਿ ਚੰਗਾ ਵੇਖੀ ਜਾਊਗੀ, ਆਪਾਂ ਪੰਗਾ ਲੈਣਾ, ਆਪਾਂ ਇਨਸਾਫ ਤੇ ਨਾ ਖੜਨਾ। ਪਰ ਅੱਜ ਦੀ ਤਰੀਕ ਇਹ ਆ ਕਿ ਜਿਹੜੀ ਗੱਲ ਮੱਲੀ ਸਾਹਿਬ ਦਾ ਸਵਾਲ ਹੈ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਚੱਲਣਾ ਜਾਂ ਲੋਕਾਂ ਦੇ ਦਬਾਅ 'ਚ ਚੱਲਣਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ। ਤੇ ਲੋਕਾਂ ਵੱਲੋਂ ਇਹ ਮੰਗਾਂ ਵੱਡੇ ਪੱਧਰ ਤੇ ਉੱਠਣ, ਰਾਈਟ ਟੂ ਰਿਕਾਲ, ਕੱਲਾ ਇਹੀ ਨਹੀਂ, ਇਕੁਅਲ ਅਪਰਚੁਨਿਟੀ ਹੋਣੀ ਚਾਹੀਦੀ ਆ। ਇਹ ਕੀ ਹੋਇਆ ਕਿ ਤੁਸੀਂ ਬੋਰੀਆਂ ਪੈਸੇ ਦੀਆਂ ਲੁੱਟ ਖੋਹ ਕੇ ਲੈ ਲਈਆਂ, ਚੋਰੀ ਦਾ ਪੈਸਾ, ਰੇਤਾ ਬਜਰੀ ਵੇਚ ਕੇ ਲੋਕਾਂ ਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜੇ ਲੋਕਾਂ ਦੇ ਜੇਬਾਂ 'ਚ ਪੈਸੇ ਜਾਣੇ ਸੀਗੇ, ਵਿਕਾਸ 'ਚ ਲੱਗਣੇ ਸੀ, ਸਰਕਾਰ ਦੇ ਖਜ਼ਾਨੇ ਰਾਹੀਂ ਜਾ ਕੇ, ਉਹ ਇਹ ਪੋਲੀਟੀਕਲ ਬੰਦੇ ਸਾਰੇ ਆਪਣੀ ਜੇਬਾਂ 'ਚ ਪਾ ਕੇ ਉਹ ਟਰੱਕ ਦੇ ਟਰੱਕ ਨੋਟਾਂ ਦੇ ਭਰ ਕੇ ਇਲੈਕਸ਼ਨ 'ਚ ਉਤਰ ਆਉਂਦੇ ਆ। ਤੇ ਜਿਹੜਾ ਬੰਦੇ ਅਸਲ ਮਾਇਨਿਆਂ 'ਚ ਚੰਗੇ, ਜਿਹੜੇ ਇਲੈਕਸ਼ਨ 'ਚ ਖੜੇ ਹੋ ਕੇ ਸਰਕਾਰ ਤੇ ਕਾਬਜ ਹੋਣੇ ਚਾਹੀਦੇ, ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਇਹ ਸਾਰਾ ਕੰਮ ਬੰਦ ਹੋ ਗਿਆ। ਅਸੀਂ ਤੇ ਇਹ ਵੀ ਮੰਗ ਕਰਦੇ ਹਾਂ ਕਿ ਇਕੁਅਲ ਅਪਰਚੁਨਿਟੀ, ਰਾਈਟ ਟੂ ਰਿਕਾਲ ਨਹੀਂ, ਰਾਈਟ ਟੂ ਇਲੈਕਟ ਵੀ ਪਹਿਲਾਂ ਹੋਣਾ ਚਾਹੀਦਾ। ਜੇ ਚੰਗੇ ਬੰਦੇ ਹੋਣਗੇ ਤੇ ਫਿਰ ਬਹੁਤੇ ਮਸਲੇ ਹੱਲ ਹੋ ਜਾਂਦੇ। ਇਹ ਇਲੈਕਸ਼ਨ ਕਮਿਸ਼ਨ ਕਰ ਸਕਦਾ ਕਿ ਸਾਰਿਆਂ ਨੂੰ ਇਕੁਅਲ ਅਪਰਚੁਨਿਟੀ ਪ੍ਰਾਪੇਗੰਡੇ ਦੀ ਮਿਲੇ। ਅੱਜ ਕੱਲ ਸੋਸ਼ਲ ਮੀਡੀਆ ਹੈਗਾ, ਇਲੈਕਟ੍ਰੋਨਿਕ ਮੀਡੀਆ ਹੈਗਾ, ਸਰਕਾਰੀ। ਜੇ ਮੋਦੀ ਜੀ ਦੀ ਸਪੀਚ ਜਿਹੜੀ ਹੈ ਉਹ ਮਨ ਕੀ ਬਾਤ ਸਾਰੇ ਚੈਨਲਾਂ ਤੇ ਆਉਂਦੀ ਆ, ਤੇ ਉਸੇ ਤਰੀਕੇ ਨਾਲ ਉਸੇ ਤਰਜ਼ ਵਿੱਚ ਉਹ ਸਾਰੇ ਪਲੇਟਫਾਰਮ ਵਰਤ ਕੇ ਇਲੈਕਸ਼ਨ ਕਮਿਸ਼ਨ ਇਹ ਸੁਧਾਰ ਲਿਆ ਸਕਦਾ। ਫਿਰ ਹੋ ਰਿਹਾ ਜਿਹੜੇ ਵੀ ਸਾਡੇ ਇੱਥੇ ਬਣਾਉਂਦੇ ਹੈ ਚੋਣ ਮੈਨੀਫੈਸਟੋ, ਜਿਹਨੂੰ ਕਹਿੰਦੇ ਆ ਚੋਣ ਮਨੋਰਥ ਪੱਤਰ, ਉਹ ਜਾਣੀ ਵੱਡੀਆਂ ਗੱਪਾਂ ਦਾ ਪਲੰਦਾ ਹੁੰਦਾ। ਉਹਦੇ ਚੋਂ ਮੈਨੂੰ ਨਹੀਂ ਲੱਗਦਾ 5% ਵੀ ਕਦੀ ਇਹ ਪੂਰੀਆਂ ਕਰਦੇ। 95% ਉਂਝ ਦਾ ਉਂਝ ਹੀ ਗੱਪਾਂ ਦੀਆਂ ਗੱਪਾਂ ਹੀ ਰਹਿ ਜਾਂਦੀਆਂ। ਹਰ ਘਰ ਨੌਕਰੀ, ਫਲਾਨਾ ਟਮਕਾਣਾ, ਪਿਛਲੀ ਕੈਂਪੇਨ 'ਚ ਵੀ ਚੱਲਿਆ ਸੀ, ਕਿਤੇ ਕੋਈ ਦਿਖਿਆ ਨਹੀਂ ਕਿਸੇ ਨੂੰ। ਅਸੀਂ ਇਹ ਚਾਹੁੰਦੇ ਹਾਂ ਕਿ ਪਹਿਲੀ ਗੱਲ ਇਲੈਕਸ਼ਨ ਕਮਿਸ਼ਨ ਉਹਨੂੰ ਅਪਰੂਵ ਕਰੇ। ਜਿਹੜੀ ਵੀ ਪਾਰਟੀ ਨੇ ਬਣਾਉਣਾ ਉਹ 6 ਮਹੀਨੇ ਨੈਟ ਤੇ ਪੈ ਕੇ ਲੋਕਾਂ ਵੱਲੋਂ ਸਵਾਲ ਜਵਾਬ ਸਾਰਾ ਕੁਝ ਹੋ ਕੇ ਇਲੈਕਸ਼ਨ ਕਮਿਸ਼ਨ ਪਾਵੇ। 6 ਮਹੀਨੇ ਪਹਿਲਾਂ ਸਬਮਿਟ ਕਰਨ, ਉਹ ਪਾਰਟੀਆਂ ਦੀ ਜਵਾਬਦੇਹੀ ਹੋਵੇ ਵੀ ਤੁਸੀਂ ਕਹਿ ਤੇ ਦਿੱਤਾ ਸਾਰੇ ਕੰਮ ਕਰੋਗੇ, ਪੈਸੇ ਕਿੱਥੇ ਆ, ਉਹ ਨਾਲ ਲਿਖੇ ਜਾਣਗੇ। ਆਹ ਸਾਡੇ ਸਾਧਨ ਹੋਣਗੇ ਪਹਿਲੇ 6 ਮਹੀਨੇ। ਫਿਰ ਉਹ ਟਾਈਮ ਬਾਉਂਡ ਹੋਵੇ, ਪਹਿਲੇ 6 ਮਹੀਨਿਆਂ 'ਚ ਆਹ ਕਰਾਂਗੇ, ਅਗਲੇ 6 ਮਹੀਨਿਆਂ 'ਚ ਆਹ ਕਰਾਂਗੇ। ਉਦੋਂ ਇਹ ਨਹੀਂ ਕਿ 4 ਸਾਲ ਲੁੱਟ ਖਸੁੱਟ ਕਰਦੇ ਰਹੋ, 5ਵੇਂ ਸਾਲ 'ਚ ਥੋੜ੍ਹੀਆਂ ਜਿਹੀਆਂ ਬੁਰਕੀਆਂ ਪਾ ਕੇ ਲੋਕਾਂ ਨੂੰ ਫੀਲ ਗੁੱਡ ਫੈਕਟਰ ਦੇ ਕੇ ਫਿਰ ਵੋਟਾਂ ਲੈ ਜਾਓ, ਫਿਰ ਆ ਜਾਓ। ਇਹ ਕੰਮ ਬੰਦ। ਇਹ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਲੈਕਸ਼ਨ ਸੁਧਾਰ, ਚੋਣ ਸੁਧਾਰ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਨਾਲ ਹੋਣਿਆ, ਇਹ ਸਾਡੇ ਕਹਿਣ ਨੂੰ ਡੈਮੋਕ੍ਰੇਸੀ ਆ, ਅਸਲ ਵਿੱਚ ਇਹ ਅਰਿਸਟੋਕ੍ਰੇਸੀ ਹੈਗੀ ਆ, ਜਾਂ ਇੱਕ ਕੋਰਟਰੀ ਨੂੰ ਇਹਨੂੰ ਕਹਿ ਲਓ
ਕਿ ਉਹਨਾਂ ਦਾ ਕਬਜ਼ਾ ਆ, ਉਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਹੈਗੀਆਂ, ਪਾਰਟੀਆਂ ਦੇਖਣ ਨੂੰ ਅਲੱਗ-ਅਲੱਗ ਲੱਗਦੀਆਂ, ਸਭ ਦੀ ਤਸੀਰ ਜਿਹੜੀ ਰਾਜਨੀਤਿਕ ਹਾਕਮ ਜਿਹੜੀਆਂ ਰੂਲਿੰਗ ਪਾਰਟੀਆਂ ਕੋਈ ਵੀ ਸੱਤਾ ਚਾਹਵੇ ਉਹਨਾਂ ਦੀ ਤਸੀਰ ਇੱਕੋ ਜਿਹੀ ਹੈ, ਕਿਉਂਕਿ ਉਹਨਾਂ ਦੇ ਤੌਰ ਤਰੀਕੇ ਲੋਕਾਂ ਪ੍ਰਤੀ 19-21 ਦੇ ਫਰਕ ਦੇ ਨਾਲ, ਕੋਈ 19-21 ਚੰਗਾ, ਕੋਈ ਮਾੜਾ ਜਿਹਾ ਚੰਗਾ, ਕੋਈ ਜ਼ਿਆਦਾ ਸਿੱਧਾ ਹੀ ਹਮਲਾਵਰ ਹੋ ਜਾਂਦਾ, ਇੰਨਾ ਹੀ ਫਰਕ ਹੈ। ਇਸ ਲਈ ਇਹ ਸਾਰੀ ਹਾਲਾਤ ਦੇ ਵਿੱਚੋਂ ਬਾਹਰ ਤਾਂ ਹੀ ਅਸੀਂ ਆ ਸਕਦੇ ਹਾਂ ਜੇ ਇਲੈਕਸ਼ਨ ਕਮਿਸ਼ਨ ਕੁਝ ਠੀਕ ਠਾਕ ਸੁਧਾਰ ਲੈ ਕੇ ਆਵੇ। ਇਹ ਨਹੀਂ ਕਿ ਪਹਿਲਾਂ ਰਿਪੋਰਟਾਂ ਨਹੀਂ ਆਈ, ਇਹ ਗੱਲਾਂ ਬਹੁਤ ਲੋਕ ਪਹਿਲਾਂ ਕਹਿ ਚੁੱਕੇ ਆ, ਪਰ ਲਾਗੂ ਨਹੀਂ ਹੁੰਦੀਆਂ। ਉਹ ਲਾਗੂ ਤਾਂ ਹੀ ਹੋਣਗੀਆਂ ਜਿਸ ਤਰ੍ਹਾਂ ਕਿਸਾਨਾਂ ਨੇ ਡਾਂਗ ਚੱਕੀ ਹੈ, ਉਸੇ ਤਰੀਕੇ ਨਾਲ ਲੋਕ ਡਾਂਗ ਚੁੱਕ ਕੇ ਸੜਕਾਂ ਤੇ ਬਿਲਕੁਲ ਬਿਲਕੁਲ ਠੀਕ ਕੀਤਾ। ਹਾਂਜੀ ਜੋਤ ਸੰਧੂ ਜੀ 1 ਮਿੰਟ ਦਾ ਕਰਨਾ ਜੀ ਕੁਐਸਚਨ। ਜੀ ਪ੍ਰੋਫੈਸਰ ਮਨਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਮਹਾਰਾਜ। ਤੁਸੀਂ ਜਿਹੜੇ ਵਿਚਾਰ ਦਿੱਤੇ ਆ ਬੜੇ ਚੰਗੇ ਆ, ਪੋਲਿਟਿਕਸ ਬਾਰੇ, ਸੁਸਾਇਟੀ ਬਾਰੇ, ਪੰਜਾਬ ਦੀ ਸੁਸਾਇਟੀ ਬਾਰੇ। ਪਰ ਮੈਂ ਇੱਕ ਬੇਨਤੀ ਕਰਨੀ ਆ ਵੀ ਮੈਂ ਬੀਇੰਗ ਐਜੂਕੇਟਰ, ਮੈਂ ਐਜੂਕੇਸ਼ਨ ਬਾਰੇ ਸਵਾਲ ਕਰਨਾ, ਕਿਉਂਕਿ ਤੁਸੀਂ ਇਹਦੇ ਵਿੱਚ ਥਰੂ ਹੋਏ ਆ ਬਹੁਤ ਸਾਲਾਂ ਤੋਂ। ਮੈਂ ਵੀ ਚੰਡੀਗੜ੍ਹ ਤੋਂ ਮਾਸਟਰ ਕਰਕੇ MA ਦੀ ਇੱਥੇ ਆਇਆ ਸੀ ਜੀ। ਮੈਂ ਇੱਕ ਸਬਜੈਕਟ ਸਾਈਕਾਲੋਜੀ ਪੜ੍ਹੀ ਜੀ ਇੱਥੇ। ਸਾਈਕਾਲੋਜੀ ਨੇ ਮੈਨੂੰ ਇਹ ਟੀਚ ਕੀਤਾ ਵੀ ਜਿਹੜੇ ਬੱਚੇ ਆ ਨਾ ਉਹ ਤੁਹਾਡੀ ਲਾਈਵਲੀਹੁੱਡ ਆ, ਤੇ ਇਹ ਲਾਈਵਲੀਹੁੱਡ ਲੈ ਕੇ ਮੈਂ ਨਾ ਜਦੋਂ ਇੰਨਾ ਹਾਰਡ ਕੰਮ ਕੀਤਾ ਨਾ ਬਈ ਮੈਨੂੰ ਵਾਹਿਗੁਰੂ ਨੇ ਜਿੱਥੇ ਲਿਆਂਦਾ ਨਾ ਮੈਂ ਉੱਥੇ ਡਿਜ਼ਰਵ ਨਹੀਂ ਸੀ ਕਰਦਾ। ਮੈਂ ਕਹਿੰਦਾ ਵੀ ਜਿਹੜੇ ਬੱਚੇ ਆਪਣੇ ਆ ਨਾ ਉਹ ਜੇ ਐਜੂਕੇਸ਼ਨ ਵਿੱਚ ਨਹੀਂ ਆਉਣਗੇ ਨਾ, ਜਾਂ ਐਜੂਕੇਸ਼ਨ ਉਹਨਾਂ ਨੂੰ ਕੋਈ ਸਪੋਰਟ ਨਾ ਕਰੂ, ਡਿਵੈਲਪ ਨਾ ਕਰੂ, ਤੇ ਉਹ ਅੱਗੇ ਫੰਕਸ਼ਨ ਨਹੀਂ ਕਰ ਸਕਦੇ। ਤੇ ਮੇਰਾ ਸਵਾਲ ਇਹ ਆ ਵੀ ਇਹਨਾਂ ਨੂੰ ਕੋਈ ਟੀਚਰ ਇੰਨੇ ਪੈਸੇ ਬਣਾਉਣ ਲੱਗ ਪਏ ਉੱਥੇ, ਹੋਰ ਡਿਪਾਰਟਮੈਂਟਾਂ 'ਚ ਇੰਨੇ ਪੈਸੇ ਨਹੀਂ ਬਣਦੇ। ਉਹਨਾਂ ਨੂੰ ਚਾਹੀਦਾ ਆ ਵੀ ਜਿਹੜੇ ਸਟੂਡੈਂਟ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਨਾਲ ਰਲਾਓ। ਜਿਹੜੇ ਹੁਣ 1.5-2 ਸਾਲ ਤੋਂ ਕੋਈ ਪੜ੍ਹਾਈ ਕਰ ਹੀ ਨਹੀਂ ਸਕੇ, ਉਹਨਾਂ ਨੇ ਕਿੱਥੋਂ ਕੈਚ ਅਪ ਕਰਨਾ ਜੀ। ਤੇ ਹੋਰ ਉਹਨਾਂ ਦੇ ਜਿਹੜੇ ਆ ਆਪਣੇ ਲੋਕਾਂ ਦੇ ਵਿੱਚ ਨਾ, ਸਕੂਲਾਂ ਦੇ ਵਿੱਚ ਕੈਸ ਸਿਸਟਮ ਹੋਇਆ, ਜਾਂ ਕੋਈ ਊਚ ਨੀਚ ਹੋਈ, ਅਮੀਰੀ ਗਰੀਬੀ ਹੋਈ, ਉਹ ਵੀ ਨਿਆਣਿਆਂ ਨੂੰ ਡਿਸਕਰੇਜ ਕਰ ਰਹੀ। ਤੇ ਇਸ ਕਰਕੇ ਸਾਨੂੰ ਕੋਈ ਇਹ ਚੀਜ਼ ਦੱਸੋ, ਐਜੂਕੇਸ਼ਨ ਦੀ ਸਟਰੀਮ ਨੂੰ ਸਟਰੋਂਗ ਕਰਨ ਲਈ ਕੀ ਕੀਤਾ ਜਾ ਸਕਦਾ। ਕੋਈ ਬੱਚਾ ਐਜੂਕੇਸ਼ਨ ਤੋਂ ਰਹਿਣਾ ਨਹੀਂ ਚਾਹੀਦਾ। ਸੰਧੂ ਸਾਹਿਬ, ਪਹਿਲਾਂ ਤੇ ਜਿਹੜਾ ਸਾਡਾ ਸੰਵਿਧਾਨ ਦੇ ਵਿੱਚ ਆਰਟੀਕਲ 21 ਆ, ਰਾਈਟ ਟੂ ਲਾਈਫ, ਰਾਈਟ ਟੂ ਲਿਵ, ਜਿਹੜਾ ਉਹਦੇ ਮੁਤਾਬਕ 2 ਸਹੂਲਤਾਂ ਬੜੀਆਂ ਮੁੱਢਲੀਆਂ ਸਹੂਲਤਾਂ ਸਭ ਲਈ ਇਕੁਅਲ ਹੋਣੀਆਂ ਚਾਹੀਦੀਆਂ। ਉਹ ਹੈ ਸਿੱਖਿਆ, ਦੂਸਰੀ ਹੈ ਸਿਹਤ। ਮੈਂ ਸਰਵੇ ਕਰਦਾ ਰਿਹਾ ਪਿੰਡਾਂ 'ਚ, ਬਹੁਤ ਵੱਡੇ ਵੱਡੇ ਸਰਵੇ ਕੀਤੇ। ਉਹਦੇ 'ਚ ਮੈਨੂੰ ਇਹ ਪਤਾ ਲੱਗਾ ਕਿ ਸਾਡਿਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤਾ ਕਰਜ਼ਾ ਇਸ ਕਰਕੇ ਬਾਰ-ਬਾਰ ਚੜ੍ਹ ਜਾਂਦਾ ਕਿ ਜਿਹੜਾ ਇੱਕ ਵਾਰੀ ਬਿਮਾਰ ਹੋਇਆ ਨਹੀਂ ਉਹਨੂੰ ਫਿਰ ਕਰਜ਼ਾ ਲੈਣਾ ਪੈ ਜਾਂਦਾ ਔਰ ਉਹਦੀ ਪਿੱਠ ਟੁੱਟ ਜਾਂਦੀ ਹੈ। ਫਿਰ ਉਹ ਉਹਦੇ ਚੋਂ ਬਾਹਰ ਨਹੀਂ, ਫਿਰ ਤੇ ਜ਼ਮੀਨ ਜਮੂਨ ਵੇਚ ਕੇ ਹੀ ਉਹ ਬਾਹਰ ਆਵੇ ਜਾਂ ਸੁਸਾਈਡ ਕਰ ਜਾਂਦੇ। ਦੂਜਾ ਖਰਚਾ ਮੈਨੂੰ ਇਹ ਦੇਖਣ ਨੂੰ ਮਿਲਿਆ ਸੀ, ਜਿਹੜਾ ਅੱਜ ਕੱਲ੍ਹ ਸਾਡੇ ਵਿਆਹਾਂ ਦੇ ਉੱਤੇ ਪੈਸੇ ਵਾਹ ਵੱਡੇ ਕਰਦੇ ਆ, ਤੇ ਉਸ ਦੇ ਉੱਤੇ ਵੀ ਥੋੜੀ ਜਿਹੀ ਸੁਧਾਰ ਦੀ ਲੋੜ ਹੈਗੀ ਹੈ। ਜਿੱਥੋਂ ਤੱਕ ਤੁਸੀਂ ਜਿਹੜੀ ਗੱਲ ਕਹਿੰਦੇ ਆ ਕਿ ਬੱਚੇ ਹੀ ਸਾਨੂੰ, ਇਹ ਤੇ ਹੈ ਕਿ ਬੱਚੇ ਹੀ ਦੇਸ਼ ਦਾ ਧਨ ਹੈ, ਤੇ ਸਾਨੂੰ ਬਚਪਨ 'ਚ ਹੀ ਸਾਨੂੰ ਕਹਿੰਦੇ ਸੀਗੇ। ਪਰ ਸਵਾਲ ਇਹਦਾ ਸਭ ਤੋਂ ਵੱਡਾ ਮੈਂ ਤੁਹਾਨੂੰ ਦੱਸਾਂ, ਇਸ ਵੇਲੇ ਮੈਨੂੰ ਬੜੀ ਚਿੰਤਾ ਹੈ। ਮੈਂ ਸਾਰੀ ਉਮਰ ਟੀਚਰ ਹਾਂ, 30-32 ਸਾਲ ਪੜ੍ਹਾਇਆ, ਕਿ ਜਿੰਨੀ ਮਾੜੀ ਹਾਲਤ ਸਾਡੀ ਹਾਇਰ ਐਜੂਕੇਸ਼ਨ ਤੇ ਸਕੂਲ ਐਜੂਕੇਸ਼ਨ ਸਾਰਾ ਹੀ ਮਿਲਾ ਕੇ ਇਸ ਵੇਲੇ ਆ, ਇਸ ਨੂੰ ਇਹਦੇ ਚੋਂ ਪਹਿਲੀ ਜਗ੍ਹਾ ਜਿਹੜੇ ਅੱਜ ਤੋਂ 2 ਸਾਲ ਪਹਿਲੇ ਸੀ ਲਿਆਉਣ ਲਈ 5 ਸਾਲ ਲੱਗ ਗਏ। ਹੋ ਸਕਦਾ ਕਦੀ ਵੀ ਨਾ ਆਵੇ, ਕਿਉਂਕਿ ਮੈਂ ਦੇਖਿਆ ਕਿ ਸਾਡਾ ਪੰਜਾਬ ਦੀ ਬਿਊਰੋਕ੍ਰੇਸੀ ਤੇ ਐਜੂਕੇਸ਼ਨ ਸਿਸਟਮ ਕਾਫੀ ਚੰਗਾ ਸੀ। ਜਦੋਂ ਸਿੱਖ ਖਾੜਕੂਵਾਦ ਆਇਆ 8-10 ਸਾਲ, ਉਹਦੇ ਵਿੱਚ ਜਵਾਬਦੇਹੀ ਖਤਮ ਹੋ ਗਈ ਔਰ ਪੁਲਿਸ ਰਾਜ ਹੋ ਗਿਆ, ਤੇ ਕਿਸੇ ਦਾ ਕੋਈ ਰਿਹਾ ਨਹੀਂ। ਇਹ ਜਿਹੜੀ ਬਹੁਤੀ ਗੱਲ ਟੀਚਰਾਂ ਦੀ ਜਿਹੜੀ ਬਿਰਤੀ ਦੇ ਵਿੱਚ ਪ੍ਰਵਰਤੀ
ਪਰਿਵਰਤਨ ਆਇਆ, ਜਿਹੜਾ ਕੰਮ ਛੱਡਣਾ ਤੇ ਉਂਝ ਗੇੜਾ ਮਾਰ ਕੇ ਤਨਖਾਹ ਲੈਣ ਵਾਲਾ, ਇਹ ਉਦੋਂ ਜ਼ਿਆਦਾ ਆਇਆ ਕਿਉਂਕਿ ਜਵਾਬਦੇਹੀ ਨਹੀਂ ਰਹੀ, ਕੋਈ ਪੁੱਛਣ ਹੀ ਨਹੀਂ ਸੀ ਜਾਂਦਾ। ਹੁਣ ਵੀ ਇਹੀ ਕਰੋਨਾ ਦੇ ਕਾਲ ਦੇ ਵਿੱਚ ਹੋਇਆ। ਇੱਕ ਤੇ ਇਹ ਉਹਦੇ ਕਰਕੇ ਤੁਸੀਂ ਮੰਨੋਗੇ ਕਿ ਪੰਜਾਬ ਯੂਨੀਵਰਸਿਟੀ ਵਾਰੀ ਪ੍ਰੀਮੀਅਰ ਯੂਨੀਵਰਸਿਟੀ, ਜਿਹੜੀ ਦੇਸ਼ ਦੀਆਂ 4 ਯੂਨੀਵਰਸਿਟੀਆਂ ਤੋਂ ਸਭ ਤੋਂ ਪੁਰਾਣੀ ਇੱਕ ਯੂਨੀਵਰਸਿਟੀ ਆ, ਪਹਿਲਾਂ ਲਾਹੌਰ 'ਚ ਸੀ, ਹੁਣ ਇੱਥੇ, ਮੈਂ ਉੱਥੇ ਹੀ ਪੜ੍ਹਾਇਆ, ਉੱਥੇ ਮੈਂ ਨਾਲ ਹੀ ਬੈਠਾ ਉਸ ਯੂਨੀਵਰਸਿਟੀ ਦੇ। 1.5 ਸਾਲ ਤੋਂ ਹੋਸਟਲ ਖਾਲੀ ਕਰਾਏ ਆ, 18 ਦੇ 18। ਬੱਚੇ ਕਹਿ ਰਹੇ ਲਾਇਬ੍ਰੇਰੀ ਖੋਲੋ, ਖੋਲਣ ਨਹੀਂ ਦਿੰਦੇ। ਬੱਚੇ ਕਹਿੰਦੇ ਸਾਨੂੰ ਹੋਸਟਲ 'ਚ ਰਿਸਰਚ ਸਕਾਲਰ ਕਹਿੰਦੇ, ਰੋਜ਼ ਹੜਤਾਲਾਂ। ਕੱਲ ਫੜੇ ਗਏ ਆ ਬੱਚੇ, VC ਦੇ ਸਾਹਮਣੇ 2 ਬੱਸਾਂ ਭਰ ਕੇ ਲੈ ਗਏ। ਉਹ ਕਹਿੰਦੇ ਦਵਾਈ ਰੱਬ ਦੀ ਸਾਨੂੰ ਪੜ੍ਹਨ ਦਿਓ, ਕਹਿੰਦੇ ਅਸੀਂ ਤੁਹਾਨੂੰ ਪੜ੍ਹਨ ਦੇਣਾ ਨਹੀਂ। ਇੱਕ ਨਲਾਇਕ ਜਿਹਾ ਵਾਈਸ ਚਾਂਸਲਰ ਲਾਇਆ, ਬਿਲਕੁਲ। ਉਹ ਅੱਜ ਕੱਲ VC ਜਿਹੜੇ ਲਾਉਣੇ ਆ ਹੁਣ ਵਾਲੀ ਸਰਕਾਰ ਦੇ ਵਿੱਚ, ਕੋਈ ਮਾਫ ਕਰਨਾ ਜੇ ਕੋਈ ਹੁਣ ਵਾਲੀ ਸਰਕਾਰ ਦੇ ਨਾਲ ਕੋਈ ਸਿੰਪੈਥਾਈਜ਼ਰ ਵੀ ਹੋ ਸਕਦੇ ਤੁਹਾਡੇ 'ਚ, ਪਰ ਉਹ ਹਾਲਾਤ ਇਹ ਬਣੀ ਹੋਈ ਹੈ ਕਿ ਅਕੈਡਮਿਕ ਅੱਗੇ ਸਰਚ ਕਮੇਟੀ ਹੁੰਦੀ ਸੀ, VC ਕਿਹਨੂੰ ਲਾਉਣਾ ਆ, ਤੇ ਉਹ ਜਿਹੜੇ ਵੱਡੇ ਐਮੀਨੈਂਟ ਸਰ, ਉਹ 3-4 ਨਾਂ ਜਿਹੜਾ ਚਾਂਸਲਰ ਹੈ ਉਹਨੂੰ ਭੇਜ ਦਿੰਦੇ ਸੀ, ਉਹਦੇ ਚੋਂ ਇੱਕ ਟਿਕ ਕਰਕੇ ਚਾਂਸਲਰ VC ਲਾ ਦਿੰਦਾ। ਹੁਣ ਇਸ ਤਰ੍ਹਾਂ ਦਾ ਨਹੀਂ। ਹੁਣ RSS ਦੀ ਜਿਹੜੀ ਲੋਕਲ ਕੋਈ ਬ੍ਰਾਂਚ ਹੈ, ਉਹਨੂੰ ਪੁੱਛਿਆ ਜਾਂਦਾ ਕਿ ਕਿਹੜਾ ਸਭ ਤੋਂ ਵੱਡਾ ਬੰਦਾ ਇਹੋ ਜਿਹਾ ਹੈਗਾ ਜਿਹੜਾ ਸਾਡੇ ਇੱਥੇ ਸਾਰੇ ਟੀਚਰਾਂ ਨੂੰ ਲਾਉਣਾ, EMPLOYEES ਨੂੰ ਲਾਉਣਾ, ਉਹਨਾਂ ਨੂੰ ਭਰਤੀ ਕਰਨਾ। ਇਹ MSCIਕਰਨ ਕਹਿ ਰਿਹਾ। ਹਰ ਚੀਜ਼ ਦਾ ਇੰਨੇ ਵੱਡੇ ਪੱਧਰ ਤੇ ਸਿਆਸੀਕਰਨ ਹੋ ਗਿਆ ਕਿ ਇੱਥੇ ਤੇ ਬਿਲਕੁਲ ਹੀ ਅਸੀਂ ਪਿਛਾਂਹ ਨੂੰ ਜਾ ਰਹੇ ਹਾਂ, ਅਗਾਂਹ ਨੂੰ ਜਾਣ ਦੀ ਜਗ੍ਹਾ। ਜਿਹੜਾ ਸਾਇੰਟੀਫਿਕ ਟੈਂਪਰ ਆ, ਉਹਦੇ ਤੇ ਸਰਕਾਰ ਦੇ ਆਪਣੇ ਮਿਨਿਸਟਰਾਂ ਵੱਲੋਂ ਵੱਡਾ ਹਮਲਾ। ਜਦੋਂ ਮਿਨਿਸਟਰ ਹੀ ਇਹ ਕਹਿਣਗੇ ਕਿ ਜਿਹੜਾ ਮੋਰ ਆ ਬ੍ਰਹਮਚਾਰੀ ਹੈ, ਤਾਂ ਫਿਰ ਇਹੋ ਜਿਹੇ ਤੁਹਾਨੂੰ ਕਿੱਥੋਂ ਬੰਦੇ ਤੁਸੀਂ ਸਾਇੰਟੀਫਿਕ ਟੈਂਪਰ ਯੂਨੀਵਰਸਿਟੀਆਂ ਜਾਂ ਸਕੂਲਾਂ 'ਚ ਪੈਦਾ ਕਰ ਲੋਗੇ? ਇਹੀ ਕਾਰਨ ਆ ਕਿ 50-60 ਹਜ਼ਾਰ ਕਰੋੜ ਰੁਪਈਆ ਸਾਡੇ ਪੰਜਾਬੀ ਮੁੰਡੇ ਲੈ ਕੇ ਨਾਲ ਕੈਨੇਡਾ ਚਲੇ ਗਏ, ਉੱਥੇ ਜਾ ਕੇ ਦਾਖਲੇ ਲੈ ਲਏ, ਤਾਂ ਹੀ ਛੱਡ ਕੇ ਗਏ। ਤੇ ਜਿਹੜੇ ਮੈਂ ਇਹਨੂੰ ਐਗਜ਼ੋਡਸ ਕਹਿੰਦਾ ਆ, ਪੂਰੇ ਵੱਡੇ ਪੱਧਰ ਤੇ ਭਾਜੜ ਪਈ। ਹੁਣ ਫਿਰ ਉਹ ਜਾਣਾ ਸ਼ੁਰੂ ਹੋ ਜਾਣਗੇ। ਹੁਣ ਆ ਕਰੋਨਾ ਦਾ ਖਤਮ ਹੋਇਆ, ਉਹ ਐਨ ਤਿਆਰੀਆਂ ਕਰੀ ਫਿਰਦੇ ਆ ਵੀ ਅਸੀਂ, ਸਾਨੂੰ ਛੇਤੀ ਭੇਜੋ, ਟੀਕਾ ਲਾਓ ਤੇ ਅਸੀਂ ਜਾਣਾ ਚਾਹੁੰਦੇ ਹਾਂ। ਇਹ ਜਿਹੜਾ ਹਾਂ ਟੀਕਾ ਕਰੋਨਾ ਵਾਲਾ, ਇਸ ਲਈ ਇਹ ਜਿਹੜਾ ਇੱਥੇ ਇਹ ਜਿਹੜਾ ਇੱਥੇ ਦਾ ਮੈਂ ਕਹਿੰਦਾ ਇੰਨਾ ਅਸੀਂ ਇਹੋ ਜਿਹੀ ਅਜੀਬ ਹਾਲਤ ਵਿੱਚ ਰਹਿ ਰਹੇ ਹਾਂ ਕਿ ਅੱਗੇ ਗੱਡੀ ਅੱਗੇ ਨੂੰ ਤੁਰਨ ਦੀ ਜਗ੍ਹਾ ਹੋਰ ਪਿਛਾਂਹ ਨੂੰ ਧੱਕੀ ਤੁਰੀ ਜਾਂਦੇ ਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉਹਦੇ 'ਚ ਚੰਗੇ ਇੰਟੈਲੈਕਚੁਅਲ, ਗਲੋਬਲੀ ਰਿਨਾਊਂਡ, ਐਕਨੋਲੇਜਡ ਯੂਨੀਵਰਸਿਟੀ ਆ। ਕਹਿੰਦੇ ਉਹਦੇ ਗੇਟ ਦੇ ਉੱਤੇ ਟੈਂਕ ਰੱਖਣਾ ਤਾਂ ਕਿ ਕੋਈ ਜਿਹੜਾ ਵੀ ਆਵਾਜ਼ ਚੁੱਕੂਗਾ ਠਾ ਗੋਲਾ ਮਾਰਨਾ। ਇਹ ਸਰਕਾਰੀ ਤੌਰ ਤੇ ਗੱਲਾਂ ਚੱਲ ਰਹੀਆਂ। ਦੱਸੋ ਕੋਈ ਟੈਂਕ ਦਾ ਰੱਖਣ ਦਾ ਯੂਨੀਵਰਸਿਟੀ ਦੇ ਅੱਗੇ ਕੋਈ ਮਾਮਲਾ? ਤੁਸੀਂ ਕਿਸੇ ਹੋਰ ਦਾ, ਦੇਵੀ ਦਾ, ਕਿਹਦਾ, ਜਿਹੜੀ ਸਾਡੀ ਐਜੂਕੇਸ਼ਨ ਦੀ ਦੇਵੀ ਆ, ਉਹਦਾ ਕੋਈ ਰੱਖ ਦੋ ਤੇ ਸਾਨੂੰ ਸਮਝ ਪੈਂਦੀ, ਸਾਨੂੰ ਕੋਈ ਬਹੁਤਾ ਨਹੀਂ ਲੱਗਦਾ। ਪਰ ਇਹ ਤੇ ਕੋਈ ਗੱਲ ਨਹੀਂ ਬਣ। ਇਸ ਤਰ੍ਹਾਂ ਸਾਨੂੰ ਕਾਫੀ ਚੁਣੌਤੀਆਂ ਦਾ ਇਹਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ, ਥੈਂਕ ਯੂ ਜੀ। ਮੈਂ ਬਾਠ ਸਾਹਿਬ ਤੇ ਆਉਣਾ ਤੇ ਹਰਭਜਨ ਦੇ ਇਹ ਤੁਹਾਡਾ ਫਾਰਮਰ ਦੇ ਵਿੱਚ ਥੋੜਾ ਜਿਹਾ ਇਹ ਮਾਡਲ ਬਣਾਉਣਗੇ। ਲੈਟ ਮੀ ਸੇ ਦੈਟ ਫਿਊ ਵਰਡਸ ਮਾਈਸੈਲਫ। ਮੇਰਾ ਕੰਸਰਨ ਇੰਜੀਨੀਅਰਿੰਗ ਦੇ ਨਾਲ ਮੀਡੀਆ ਨੂੰ ਡਿਵੈਲਪ ਹੋਇਆ 20 ਸਾਲ ਤੋਂ, ਜਿਹੜਾ ਮੈਂ ਫੀਲ ਕੀਤਾ ਕਿ ਮੀਡੀਆ ਅਸੀਂ ਡਿਵੈਲਪ ਇੱਕ ਅੱਛਾ ਜਿਹਾ ਕੀਤਾ ਜਾਵੇ, ਜਿਸ ਤਰ੍ਹਾਂ ਲਿਟਲ ਬਿਟ ਜਿਵੇਂ ਟ੍ਰਿਬਿਊਨ ਵੀ ਚੱਲਦਾ, ਬੈਟਰ ਹੈਗਾ ਫਾਰਮਿੰਗ, ਇਸ ਤਰੀਕੇ ਨਾਲ। ਹੁਣ ਜਿਹੜਾ ਮੀਡੀਆ ਮੈਂ ਸੋਚ ਰਿਹਾ ਉੱਥੇ ਦਾ, ਮੈਂ ਤਾਂ ਬੜੀ ਹਾਸਾ ਆਉਂਦਾ। ਕਦੇ ਉਹ ਜੌਬ ਦੀ ਗੱਲ ਨਹੀਂ ਕਰਦੇ, ਬਸ ਉਹਨਾਂ ਨੂੰ ਐਵੇਂ ਪੋਲੀਟੀਸ਼ੀਅਨ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਬੇਅਦਬੀ ਦੀ ਗੱਲ ਕਰੀ ਜਾਂਦੇ ਨੇ, ਜਦ ਕਿ ਇਹ ਜੁਡੀਸ਼ੀਅਲ ਸਿਸਟਮ ਦਾ ਕੰਮ ਆ, ਪੁਲਿਸ ਦਾ ਕੰਮ ਆ, ਲੀਡਰਾਂ ਦਾ ਕੀ ਕੰਮ ਆ? ਇਹਦੇ ਵਿੱਚ ਕੀ ਬਖੌਲਬਾਜ਼ੀ ਕੀ ਬਣਾਈ ਹੋਈ ਆ ਇਹਨਾਂ ਨੇ? ਪੋਲੀਟੀਕਲ ਪਾਰਟੀਆਂ ਨੂੰ ਕੋਈ ਸੀਰੀਅਸ ਹੀ ਕੋਈ ਨਹੀਂ। ਪਤਾ ਨਹੀਂ ਇੰਨੀ ਟੈਕਨੋਲੋਜੀ ਵੱਧ ਗਈ ਆ, ਉਹਨਾਂ ਨੂੰ ਪਤਾ ਕਿ ਬੱਚੇ ਨੂੰ ਅੱਜ ਕੱਲ੍ਹ ਨੌਲੇਜ ਹੈਗੀ ਆ, ਲੋਕ ਐਜੂਕੇਟਡ ਬੈਠੇ ਆ ਕਿ ਇਹਨਾਂ ਨੂੰ ਵਾਚ ਕਰ ਰਹੇ ਆ। ਕੋਈ ਸ਼ਰਮ ਵੀ ਹੁੰਦੀ ਆ, ਕੋਈ ਸ਼ੇਮ ਵੀ ਹੁੰਦੀ ਆ, ਕੋਈ ਹੱਦ ਹੁੰਦੀ ਹੈ। ਇਨਾਫ ਇਜ਼ ਇਨਾਫ। ਸਾਰੀ ਦੁਨੀਆ ਬਾਚ ਕਰ ਰਹੀ ਆ ਤੁਹਾਨੂੰ। ਤੁਸੀਂ ਇੱਕ ਡਰਾਮਾ ਕਰਕੇ ਕੋਈ ਨਾ ਕੋਈ ਨਵਾਂ ਹੀ ਹੋਣ ਜੀ, ਉਹ ਕਦੇ ਅਕਾਲੀ ਦਲ ਨੇ ਉਹਦੇ ਨਾਲ ਜੁਆਇੰਟ ਵਿਚਾਰ ਕਰ ਲਈ, ਕਦੇ ਉਹਦੇ ਨਾਲ ਕਰ ਲਈ, 2 ਖੜੇ ਹੋ ਗਏ। ਇਹ ਡਰਾਮਾਬਾਜ਼ੀ ਕਿਉਂ ਹੋ ਰਹੀ ਆ? ਇਹ ਕੀ ਚੇਂਜ ਹੋ ਜਾਏਗੀ ਕਿ ਨਹੀਂ? ਕਦੀ ਕਿਸਾਨ ਲੈ ਕੇ ਆਉਣਗੇ ਇਸ ਤਰ੍ਹਾਂ ਮੂਵਮੈਂਟ ਕਰਕੇ? ਮਨਜੀਤ ਜੀ ਦੇਖੋ, ਹਾਂ ਬਿਲਕੁਲ, ਇੱਥੇ ਇੱਕ ਨਵੀਂ ਟਰਮ ਨਿਕਲੀ ਆ ਜਿਹਨੂੰ ਕਹਿੰਦੇ ਆ ਗੋਦੀ ਮੀਡੀਆ, ਮਤਲਬ ਸਟੇਟ ਦਾ ਢੰਡੋਰਚੀ ਮੀਡੀਆ ਤੁਸੀਂ ਕਹਿ ਲਓ ਕੋਈ ਵੀ। ਵੀ ਉਹ ਜਿਹੜੀ ਵੀ ਸਟੇਟ ਜੋ ਚਾਹੁੰਦੀ ਆ ਉਹਦੇ ਪਿੱਛੇ ਹਲਿਆ ਲਾਲਾ ਕਰਕੇ ਲੱਗ ਜਾਂਦੇ। ਇਹ ਅਫਸੋਸ ਦੀ ਗੱਲ ਨਹੀਂ ਹੈ ਜੇ ਕਿਸੇ ਵੀ ਲੋਕਤੰਤਰ ਦੇ ਵਿੱਚ ਜਿਹੜੀਆਂ ਆਜ਼ਾਦ ਬੋਡੀਜ਼ ਬਣਾਈਆਂ, ਸੰਸਥਾਨ ਬਣਾਏ ਆ, ਜਿਸ ਤਰ੍ਹਾਂ ਕੋਰਟਾਂ ਹੈ,
ਉਹ ਆਪਣਾ ਆਜ਼ਾਦ ਕੰਮ ਕਰਨਾ ਛੱਡ ਦੇਣਗੀਆਂ ਤੇ ਚੀਫ ਜਸਟਿਸ ਆਫ ਇੰਡੀਆ ਇੱਕ ਰਾਜ ਸਭਾ ਦੀ ਸੀਟ ਲੈਣ ਲਈ ਅਯੁੱਧਿਆ ਦਾ ਫੈਸਲਾ ਕਰਕੇ ਚਲੇ ਜਾਊਗਾ, ਹੈ ਨਾ। ਬਾਅਦ ਵਿੱਚ 4 ਮਹੀਨਿਆਂ ਦੇ ਵਿੱਚ ਹੀ ਆਪਣੀ ਰਾਜ ਸਭਾ ਦੇ ਵਿੱਚ, ਔਰ ਜਿਹਦਾ ਵੈਲਕਮ ਸ਼ੇਮ ਕਰਕੇ ਇੱਕ ਪਹਿਲਾ ਚੀਫ ਜਸਟਿਸ ਦੀ ਮੈਂ ਗੱਲ ਕਰ ਰਿਹਾ, ਛੋਟੇ ਮੋਟੇ ਦੀ ਕਿਸੇ ਦੀ ਡਿਸਟ੍ਰਿਕਟ ਸੈਸ਼ਨ ਜੱਜ ਦੀ ਨਹੀਂ ਗੱਲ ਕਰ ਰਿਹਾ। ਉੱਥੇ ਤੱਕ ਜੇ ਇਸ ਤਰੀਕੇ ਦੀਆਂ ਸਾਡੀਆਂ ਚੂੜਾਂ ਹਿੱਲੀਆਂ ਹੋਣਗੀਆਂ ਤੇ ਮੀਡੀਆ ਤੇ ਹੋਰ ਵੀ, ਹੁਣ ਮੀਡੀਆ ਦੀ ਦਿੱਕਤ ਇਹ ਆ, ਭੁੱਖਾ ਮਾਰਿਆ, ਕਈ ਬੰਦ ਹੋ ਜਾਂਦੇ, ਕਈ ਪੈਦਾ ਹੋ ਜਾਂਦੇ, ਕੋਈ YouTube ਤੇ ਮਾਰੇ ਤੇ ਕੁਲਬੜ ਹੋਈ ਫਿਰਦੀ ਆ। ਪਰ ਸੱਚ ਕਿਤੇ ਨਹੀਂ ਹੈਗਾ। ਸੱਚ ਇਸੇ ਕਰਕੇ ਨਹੀਂ ਹੈਗਾ, ਉਹ ਹਰ ਕੋਈ ਲੱਗਾ ਮੇਰੀ TRP ਹੋ ਜੇ, ਮੈਂ ਤੇ ਭੁੱਖਾ ਮਾਰਦਾ। ਉਹ ਕਹਿੰਦਾ ਮੈਨੂੰ ਐਡ ਮਿਲ ਜੇ, ਮੈਂ ਤੇ ਭੁੱਖਾ ਮਾਰਦਾ। ਐਡ ਮਿਲਣੀ ਉੱਥੋਂ ਆ ਜਿੱਥੇ ਪੈਸਾ ਹੈ, ਪੈਸਾ ਉੱਥੇ ਹੈ। ਜਿਹੜੇ ਪੈਸੇ ਦਾ ਦੁਰਵਰਤੋਂ ਕਰ ਰਿਹਾ ਤੇ ਲੋਕਾਂ ਲਈ ਵਰਤੋਂ ਨਹੀਂ ਕਰਨੀ, ਇਹ ਸਾਰੀਆਂ ਦਿੱਕਤਾਂ ਅਸੀਂ ਮੀਡੀਆ ਦੇ ਪ੍ਰਤੀ ਜਿਹੜੀਆਂ ਹੈਗੀਆਂ। ਪਰ ਜਿਵੇਂ ਤੁਸੀਂ ਵੀਰ ਬੈਠੇ ਹੋਏ ਆ, ਮੈਂ ਤੁਹਾਨੂੰ ਇਹ ਦੱਸ ਦਿਆਂ, ਕੌਨਸ਼ੀਅਸ ਲੋਕਾਂ ਦੀ ਹਮੇਸ਼ਾ ਜਾਗਦੀ ਹੈ। ਜਦੋਂ ਇੰਨਾ ਕੁਝ ਹਨੇਰ ਵੀ ਹੋਵੇ ਫਿਰ ਵੀ ਰੋਸ਼ਨੀ ਹੁੰਦੀ ਹੈ, ਤਾਰੇ ਜਗਦੇ ਹੀ ਰਹਿੰਦੇ ਆ ਹਨੇਰੀ ਰਾਤ ਦੇ ਵਿੱਚ। ਬਹੁਤ ਤਾਰੇ ਸਾਡੇ ਕੋਲ ਹੈਗੇ ਆ, ਉਹਨਾਂ ਨੂੰ ਉਹਨਾਂ ਦੀ ਨਾ ਤੇ ਕੋਈ ਆਵਾਜ਼ ਸੁਣਦਾ, ਬਹੁਤਾ ਉਹ ਰੁਲ ਜਾਂਦੀ ਹੈ ਇੰਨੇ ਰੌਲੇ ਰੱਪੇ 'ਚ। ਤੇ ਜੇ ਤੁਸੀਂ ਇਸ ਪਾਸੇ ਸੋਚੋ, ਮੇਰੇ ਕੋਲ ਬਹੁਤ ਵਧੀਆ ਨਫੀਸ ਜਰਨਲਿਸਟ ਫਰੈਂਡ ਹੈਗੇ ਆ ਜਿਹੜੇ ਤੁਹਾਡੀ ਆਵਾਜ਼ ਨੂੰ ਜਾਂ ਤੁਹਾਡੀ ਇਹ ਜਿਹੜੀ ਤੁਸੀਂ ਸਾਰੀ ਗੱਲ ਮਨ 'ਚ ਲੈ ਕੇ ਚੱਲੇ ਆ, ਇੱਥੇ ਪੰਜਾਬ ਜਾਂ ਹੋਰਨਾਂ ਏਰੀਆ 'ਚ ਪਹੁੰਚਾ ਸਕਦੇ ਆ। ਜੇ ਤੁਹਾਡੇ ਮਨ ਵਿੱਚ ਕੋਈ ਇਹੋ ਜਿਹਾ ਹੈਗਾ ਕਿ NRI ਪ੍ਰੈਸ ਜਾਂ NRI ਜਿਹੜਾ ਮੀਡੀਆ, ਉਹਦਾ ਤੁਸੀਂ ਇੱਥੇ ਕੋਈ ਥੱਲੇ ਉਸ ਆਵਾਜ਼ ਨੂੰ ਅੱਗੇ ਮਲਟੀਪਲਾਈ ਕਰਨਾ ਚਾਹੁੰਦੇ ਆ, ਤਾਂ ਮੈਂ ਤੁਹਾਡੀ ਇਸ ਗੱਲ ਦੇ ਵਿੱਚ ਮਦਦ ਵੀ ਕਰ ਸਕਦਾ। ਹਾਂਜੀ, ਚਲੋ ਜੀ। ਬਾਠ ਸਾਹਿਬ ਜੀ, ਚਰਨਜੀਤ ਬਾਠ। ਬਹੁਤ ਚੰਗੀਆਂ ਗੱਲਾਂ ਹੋਈਆਂ। ਮੈਂ ਤਾਂ ਇਹੀ ਕਹਿੰਦਾ ਵੀ ਹੁਣ ਇਹ ਕੋਈ ਇਹਦਾ ਆਪਣਾ ਰਿਜ਼ਲਟ ਨਿਕਲੂਗਾ। ਵੈਰੀ ਸਿੰਪਲ ਕੁਐਸਚਨ। ਜਿੰਨੀਆਂ ਗੱਲਾਂ ਗਈਆਂ ਤੁਸੀਂ ਸਾਰੇ ਆਨਸਰ ਦੇਤੇ ਤੇ ਕਰਤਾ ਜਨਤਾ ਨੇ, ਜਿਹੜੇ ਪਬਲਿਕ ਹੈ ਉਹੀ ਕਰਦੀਆਂ ਹੁੰਦੀਆਂ ਇਹ ਗੱਲਾਂ। ਜਿੰਨਾ ਚਿਰ ਪਬਲਿਕ ਨੇ ਲੀਡਰ ਕੁਛ ਉਦੋਂ ਹੀ ਕਰਨਗੇ ਜਦ ਪਬਲਿਕ ਕਰੂਗੀ ਸਾਥ। ਤੇ ਮੈਂ ਹੁਣ ਇਹੀ ਸੋਚਦਾ ਵੀ ਆ ਜਿਹੜਾ ਆਪਣਾ ਮੋਰਚਾ ਹੈ ਇਹ ਆਪਣਾ ਕਿੰਨਾ ਚਿਰ ਚੱਲੂਗਾ। ਤੁਸੀਂ ਦਿੱਤੇ ਆ ਬਹੁਤ ਜ਼ਿਆਦਾ ਇਹਦੇ 'ਚ ਸਵਾਲ, ਤੇ ਜਿਹੜੇ ਮੈਂ ਅੱਗੇ ਵੀ ਇਹਨਾਂ ਨੂੰ ਕਿਹਾ ਸੀ ਵੀ ਸਾਰੀਆਂ ਹੀ ਪਾਰਟੀਆਂ ਦੇ, ਕਾਂਗਰਸੀਆਂ ਦੇ, ਆਮ ਪਾਰਟੀ ਦੇ, ਅਕਾਲੀਆਂ ਦੇ, ਇਹ ਮੋਰਚੇ ਦੇ ਵਿੱਚ ਸਾਰੇ ਬੰਦੇ ਸਪੋਰਟ ਕਰਦੇ ਆ। ਪਰ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਵੀ ਇਹ ਮੋਰਚਾ ਜਿੱਤਿਆ ਗਿਆ ਜਾਂ ਕੁਛ ਹੋ ਗਿਆ, ਫੈਸਲਾ ਹੋ ਗਿਆ ਇਹਦਾ, ਹਰੇਕ ਨੇ ਕਹਿਣਾ ਵੀ ਇਹ ਅਸੀਂ ਜਿੱਤਿਆ। ਇਹਨਾਂ ਵਿੱਚੋਂ ਹੀ ਆ ਕੇ ਰਾਜ ਤੇ ਬੈਠਣਾ। ਜਿਵੇਂ ਤੁਸੀਂ ਕਹਿ ਰਹੇ ਹੋ, ਸਾਰਿਆਂ ਨੇ ਉਦੋਂ ਹੀ ਉੱਠ ਖੜਨਾ ਹੈ ਤੇ ਅਸੀਂ ਕਿੱਥੇ। ਤੇ ਇਹ ਉਹੀ ਕਾਮਯਾਬ ਹੋ ਜਾਣੇ ਆ ਕਿ ਇਹ ਵਿਚਾਰੇ ਕਿਸਾਨ ਜਿਹੜੇ ਉੱਥੇ ਬੈਠੇ ਆ, ਇਹ ਕੋਈ ਇਹਨਾਂ ਚੋਂ ਨਵਾਂ ਆਜੂ, ਉਹਨਾਂ ਨੂੰ ਚਾਂਸ ਦੇਣਗੇ। ਤੇ ਤੁਸੀਂ ਇਹ ਮਾੜਾ ਜਿਹਾ ਭਵਿੱਖਬਾਣੀਆਂ ਹੋਈਆਂ, ਇਹ ਪਤਾ ਨਹੀਂ ਕੀ ਹੋਣਾ ਹਾਲੇ। ਤੁਸੀਂ ਸਾਰੇ ਸਵਾਲ ਦੱਸ ਹੀ ਦਿੱਤੇ ਅੱਗੇ, ਤੇ ਬਸ ਮੇਰਾ ਤਾਂ ਆਹੀ ਸਵਾਲ ਹੈ। ਨਹੀਂ, ਬਹੁਤ ਸੋਹਣਾ ਦੇਣਗੇ ਆਨਸਰ ਮਨਜੀਤ ਜੀ। ਚਲੋ ਜੀ ਮਨਜੀਤ ਜੀ। ਜੀ, ਇਸ ਸਵਾਲ ਨਾਲ ਅਸੀਂ ਲਗਾਤਾਰ ਜੂਝ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਦਿੱਲੀ ਵਾਲੇ ਮੋਰਚੇ ਨੂੰ ਵੀ ਕੋਈ ਤੱਤੀ ਵਾਹ ਨਾ ਲੱਗੇ, ਉਹਦੇ ਤੇ ਕੋਈ ਉਂਗਲੀ ਨਾ ਕਰੇ। ਤੇ ਨਾਲ ਹੀ ਅਸੀਂ ਪੰਜਾਬ ਦੀ ਰਾਜਨੀਤਿਕ ਜਿਹੜੀ ਦੰਗਲਬਾਜ਼ੀ ਚੱਲ ਰਹੀ ਆ, ਉਹਦੇ 'ਚ ਵੀ ਕੋਈ ਯੋਗਦਾਨ ਪਾ ਕੇ ਕੋਈ ਸਾਰਥਕ ਭੂਮਿਕਾ ਨਿਭਾ ਸਕੀਏ। ਉਹ ਕਿਵੇਂ ਹੋਵੇ, ਉਹ ਸਾਡਾ ਰੋਜ਼ਮਰਾ ਦਾ ਸਵਾਲ ਆ। ਉਹ ਮੈਂ ਜਿਹੜੀਆਂ ਕੁਝ ਦਾਪੇਚਕ ਗੱਲਾਂ ਆ, ਉਹ ਮੈਂ ਤੁਹਾਡੇ ਨਾਲ ਪਬਲਿਕਲੀ ਸ਼ੇਅਰ ਨਹੀਂ ਕਰ ਸਕਦਾ, ਪਰ ਸਾਡੇ ਦਿਮਾਗ 'ਚ ਜ਼ਰੂਰ ਆ, ਔਰ ਉਹਦੀਆਂ ਅਸੀਂ ਕੋਸ਼ਿਸ਼ਾਂ ਵੀ ਕਰ ਰਹੇ ਹਾਂ। ਕੁਛ ਕੁ ਦੇਖੋ, ਕਿਸਾਨ ਪਹਿਲਾਂ ਬਿਲਕੁਲ ਹੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਪਾਸੇ ਕਰਕੇ ਚੱਲੇ ਸੀ। ਫਿਰ ਤੁਹਾਨੂੰ ਪਤਾ, ਮੈਂ ਵੀ ਪੱਛਮੀ ਬੰਗਾਲ ਉਦੋਂ ਗਿਆ ਸੀ ਜਦੋਂ ਉੱਥੇ BJP ਦੇ ਵਿਰੁੱਧ ਬੋਲਣ ਲਈ ਗਏ ਸੀ। ਕਿਸਾਨ ਲੀਡਰ ਰਾਜੇਵਾਲ, ਅਸੀਂ ਇਕੱਠੇ ਸੀਗੇ ਸਾਰੇ ਉੱਤੇ, ਟਿਕਾਇਤ ਵੀ ਸੀਗਾ, ਯੁੱਧਵੀਰ ਸਾਰੇ। ਉਹਦੇ 'ਚ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਦੇਖੋ, ਇੱਕ ਉਹ ਜਿਹੜਾ ਬਹੁਤ ਹੀ ਦੋ ਬੰਦੇ, ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ, ਉਹਨਾਂ ਨੇ 51 ਰੈਲੀਆਂ ਪੱਛਮੀ ਬੰਗਾਲ 'ਚ ਕੀਤੀਆਂ। 51
24 ਪ੍ਰਧਾਨ ਮੰਤਰੀ ਉਹਨਾਂ ਨੂੰ ਕੰਮ ਹੀ ਕੋਈ ਨਹੀਂ ਹੈ। ਉਹਨਾਂ ਨੂੰ ਜੇ ਇੱਥੇ ਰੈਲੀਆਂ ਕਰਵਾਉਣੀਆਂ ਹੁਣ ਬੜੇ ਕਾਮਯਾਬ ਆ, ਤੁਸੀਂ ਬੁਲਾ ਲਿਓ ਉਹਨਾਂ ਨੂੰ। ਉਹ ਟਰੰਪ ਨੂੰ ਵੀ ਜਿਤਾ ਆਏ ਸੀ, ਟਰੰਪ ਦੀ ਵੀ ਉਹ ਕਰ ਆਏ ਸੀਗੇ ਉਦੋਂ ਕੰਪੇਨ। ਅਬ ਕੀ ਬਾਤ ਟਰੰਪ ਸਰਕਾਰ, ਉਹਨੂੰ ਪਤਾ ਨਹੀਂ ਲੱਗਾ ਵੀ ਇਹ ਅਮਰੀਕਾ ਆ ਇਸ ਤਰ੍ਹਾਂ ਤੇ ਤੂੰ ਪ੍ਰਧਾਨ ਮੰਤਰੀ ਆ ਵੀ ਇੱਥੇ ਪਾਰਟੀ ਦੀ ਕੰਪੇਨ ਕਰਨਾ ਆ। ਮਤਲਬ ਇੰਨਾ ਚਾਹ ਚੜਿਆ ਰਹਿੰਦਾ ਨਾ ਉਹਨਾਂ ਨੂੰ, ਇਹੋ ਜਿਹਾ ਮਤਲਬ ਹੱਥ ਖੜੇ ਕਰ ਕਰਕੇ ਬਹੁਤ ਵਧੀਆ ਉਹਨਾਂ ਦਾ ਸਿਸਟਮ ਹੈਗਾ, ਬੋਲਣ ਦਾ ਬਹੁਤ ਤਗੜੇ ਬੁਲਾਰੇ ਬੰਦੇ ਕੋਈ ਵੀ ਹੋ ਜਾਣ ਪਹਿਲਿਆਂ ਨੂੰ ਹੀ ਸੁਧਾਰ ਦਿੰਦੇ ਆ। ਇਹੋ ਜਿਹਾ ਦਬਾਅ ਪਾਉਂਦੇ ਆ ਨਾ। ਹੁਣ ਬੀਜੇਪੀ ਬਾਹਰ ਨਿਕਲ ਕੇ ਦਿਖਾਏ, ਕੋਈ ਨਿਕਲਦੇ ਆ ਬਾਹਰ, ਉਹ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾਣ ਨੂੰ ਫਿਰਦੇ ਆ। ਅੱਜ ਕੇਜਰੀਵਾਲ ਆਇਆ, ਰੌਲਾ ਪਿਆ, ਪਤਾ ਨਹੀਂ ਉਹ ਲక్ష్ਮੀਕਾਂਤ ਚਾਵਲਾ ਨੂੰ ਦੇ ਨਾਲ ਹੀ ਕੋਈ ਗੱਲਬਾਤ ਕਰਕੇ, ਕੋਈ ਇਹੋ ਜਿਹੀਆਂ ਗੱਲਾਂ ਦੇ ਰੌਲੇ ਪਏ ਆ। ਔਰ ਚੰਗੀ ਗੱਲ ਇਹ ਹੈ, ਮੈਂ ਤੁਹਾਡੇ ਸਾਰਿਆਂ ਦੀ ਖੁਸ਼ਖਬਰੀ ਲਈ ਇਹੀ ਗੱਲ ਕਹਿਣਾ ਕਿ ਲੋਕਾਂ 'ਚ ਰਾਜਨੀਤਿਕ ਚੇਤਨਾ ਬਹੁਤ ਵਧੀਆ। ਦੂਸਰਾ, ਜਵਾਬਦੇਹੀ ਤੈਅ ਕਰਨ ਲਈ ਲੋਕਾਂ ਦਾ ਫਟ ਦੇਣੀ ਉੱਠ ਖੜੇ ਹੋਣਾ, ਇਹ ਪਹਿਲਾਂ ਵਾਰੀ ਉਹਨਾਂ ਨੂੰ ਹਿੰਮਤ ਬਣੀ ਆ। ਉਹਨਾਂ ਦੇ ਏਕੇ ਦੇ ਨਾਲ, ਲੋਕ ਸ਼ਕਤੀ ਦੇ ਨਾਲ ਕਿੰਨਾ ਕੁਝ ਸੁਧਾਰਿਆ ਜਾ ਸਕਦਾ ਜਾਂ ਇਹਨਾਂ ਲੀਡਰਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਰਾਹ ਤੇ ਲਿਆਂਦਾ ਜਾ ਸਕਦਾ, ਇਹ ਉਹਨਾਂ ਨੂੰ ਟੇਸਟ ਪਹਿਲੀ ਵਾਰੀ ਹੋਇਆ। ਅੱਜ ਜੇ ਕੋਈ ਮਿਨਿਸਟਰ ਕਹਿ ਦੇ, ਉਹਦੀ ਭਾਵੇਂ ਲੋਕ ਨਾ ਸੁਣਨ, ਕਿਸਾਨ ਲੀਡਰ ਕਹਿ ਦੇਣ, ਇੱਕਦਮ ਸਿਰੇ ਲੱਗ ਜੂਗੀ ਗੱਲ। ਅੱਜ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ 'ਚ ਰਾਜ ਕਿਸਾਨਾਂ ਦਾ, ਸਰਕਾਰਾਂ ਤੁਰੀਆਂ ਜ਼ਰੂਰ ਫੇਰਦੀਆਂ, ਪਰ ਜੋ ਕਿਸਾਨ ਕਹਿ ਦੇਣ ਕਿਸੇ ਦੀ ਜ਼ਰੂਰਤ ਨਹੀਂ ਹੈ ਖੱਟਰ ਦੀ ਤੇ ਕੈਪਟਨ ਦੀ, ਉਹਨੂੰ ਨਾ ਕਰ ਦੇਣ। ਇਹਦਾ ਮਤਲਬ ਸੱਤਾ ਕਿਹਦੇ ਕੋਲ ਹੈ, ਰਾਜ ਕੌਣ ਕਰ ਰਿਹਾ। ਇਹ ਜਿਹੜੀ ਜਨ ਸ਼ਕਤੀ ਦੀ ਇੱਕ ਲਹਿਰ ਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਔਰ ਇੱਕ ਸੇਧ ਆਈ ਆ, ਔਰ ਉਹਨਾਂ ਨੂੰ ਟੇਸਟ ਪੈ ਗਿਆ ਕਿ ਯਾਰ ਅਸੀਂ ਇੰਜ ਵੀ ਕਰ ਸਕਦੇ ਹਾਂ। ਸਾਡੀਆਂ ਜਿਹੜੇ ਏਕੇ ਦੀ ਸ਼ਕਤੀ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਸ਼ੀਸ਼ਾ ਦਿਖਾ ਸਕਦੀ ਆ। ਮੇਰਾ ਖਿਆਲ ਉਹਦੇ 'ਚ ਮੈਂ ਕਾਫੀ ਉਮੀਦ ਲਾਈ ਬੈਠਾ। ਔਰ ਥੱਲੇ ਲੈਵਲ ਤੇ ਲਾਸਟ ਗੱਲ ਮੈਂ ਨਿੱਕੀ ਜੀ ਇਹੀ ਕਹੂੰਗਾ, ਥੱਲੇ ਲੈਵਲ ਤੇ ਇੱਕ ਇਹੀ ਹੈ ਕਿ ਜੇ ਛੋਟੇ ਫਾਰਮਰਸ ਦੇ ਕੋਆਪਰੇਟਿਵਸ ਬਣਾਏ ਜਾਣ, ਜਿਹੜਾ ਮਾਰਕੀਟਿੰਗ ਕੋਆਪਰੇਟਿਵ, ਮੈਂ ਉੱਥੇ ਆ ਰਿਹਾ ਉਹ ਜੀ, ਇੱਕ ਬਹੁਤ ਹਰਭਜਨ ਸਮਰਾ ਲਿਆ ਰਹੇ ਨੇ ਟੌਪਿਕ ਤੁਹਾਡਾ, ਬਹੁਤ ਸੋਹਣੀ ਜਿਹੜੀ ਗੱਲ ਇਹ ਤੇ ਲਿਆ ਰਹੇ ਨੇ। ਹਰਭਜਨ ਜੀ, ਤੁਸੀਂ ਹੁਣ ਜਿਹੜਾ ਉਹ ਟੌਪਿਕ ਰੱਖਿਆ ਹੈਗਾ ਕਿ ਅਸੀਂ ਮਾਡਲ ਬਣਾਈਏ, ਜਿਹੜਾ ਕਿ ਇਹ ਵੀ ਚਾਹੁੰਦੇ ਆ, ਤੁਹਾਡੇ ਨਾਲ ਸਾਰੇ ਫਾਰਮਰ ਨਾਲ ਨੇ, ਤੁਹਾਡੇ ਨਾਲ ਸਾਰੇ। ਗੋ ਹੈਡ ਜੀ, ਆਪਣੇ ਹਰਭਜਨ ਸਮਰਾ। ਹਾਂਜੀ, ਪਹਿਲਾਂ ਤਾਂ ਮੈਂ ਸ਼ੁਰੂ ਕਰਦਾ ਗੁਰੂ ਨਾਨਕ ਦੇ ਕੋਟ ਤੋਂ। ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਿਧਾਰ, ਇਹ ਚਾਰੇ ਜਿਹੜੇ ਬੜੇ ਬਹੁਤ ਇੰਪੋਰਟੈਂਟ ਕੰਪੋਨੈਂਟਸ ਆਫ ਸੋਸਾਇਟੀ ਹੈਗੇ ਆ। ਪਹਿਲਾਂ ਉਹ ਚੀਜ਼ਾਂ ਜਿਹੜੀਆਂ ਬੇਸਿਕ ਲੈਵਲ ਵਾਲੀਆਂ, ਉਹਨਾਂ ਨੂੰ ਅਸੀਂ ਕਾਬੂ ਕਰਨਾ, ਪਰ ਉਹਦੇ ਲਈ ਇੱਕੋ ਹੀ ਹੁਣ ਵਧੀਆ ਹੋਇਆ ਕਿ ਜਿਹੜੀ ਸਾਡੀ ਮੂਵਮੈਂਟ ਉੱਠੀ, ਕਿਸਾਨ ਮੂਵਮੈਂਟ, ਫਿਰ ਉੱਤਮ ਖੇਤੀ 'ਚ ਉੱਠੀ। ਉਹ ਨਾਲ ਉਹਨਾਂ ਨੇ ਜਿਹੜੇ ਆਪਣੇ ਭਾਈਬੰਦ ਸੀ, ਲੇਬਰ ਵਾਲੇ ਸੀ, ਜਿਹੜੇ ਉਹਨਾਂ ਦੇ ਹਮੇਸ਼ਾ ਰਾਈਟ ਹੈਂਡ ਸੀ, ਉਹਨਾਂ ਨੂੰ ਲੈ ਲਿਆ ਉਹਨਾਂ ਨੇ। ਹੁਣ ਇਸ ਮੂਵਮੈਂਟ ਨੇ, ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਉਂ ਡਰਦੇ ਆ ਕਿ ਇਹਨੂੰ ਪੋਲੀਟੀਕਲ ਰੰਗਤ ਨਹੀਂ ਦੇਣੀ। ਜਿਹੜੀਆਂ ਪਾਰਟੀਆਂ, ਜਿਹੜੀ ਲੋਕ ਆ, ਲੋਕਾਂ ਦੀ ਸਰਕਾਰ ਆ, ਅਸੀਂ ਸਮਝਦੇ ਹਾਂ। ਨੰਬਰ 2 ਤੇ ਹੁਣ ਇਹਨਾਂ ਨੇ ਦੇ ਦਿੱਤੀ ਸਪੋਰਟ ਮਮਤਾ ਬੈਨਰਜੀ ਨੂੰ ਆਪਣੇ ਬੰਗਾਲ ਦੇ ਵਿੱਚ। ਕੀ ਉਹਦੇ ਨਾਲ ਕੋਈ ਕੀਤਾ ਪਹਿਲਾਂ, ਕੋਈ ਐਗਰੀਮੈਂਟ ਕੀਤਾ ਵੀ ਤੈਨੂੰ ਅਸੀਂ ਪਾਵਰ ਦਿੰਨੇ ਆ, ਤੇਰੇ ਨੂੰ ਵੋਟਾਂ ਪਵਾਉਣੇ ਤੇ ਕਿਸਾਨਾਂ ਲਈ ਤੇਰੇ ਕੋਲ ਕੀ ਆ? ਕੋਈ ਵਧੀਆ ਏਜੰਡਾ ਬਣਾਇਆ ਉਹਨਾਂ ਨੇ? ਜੇ ਇਹੀ ਲੋਕੀ ਹੋਣ ਜਿਨ੍ਹਾਂ ਨੇ ਸਾਰਾ ਮਤਲਬ ਇੰਡੀਆ ਲੈਵਲ ਤੇ ਚੱਕਿਆ ਹੋਇਆ, ਇਹੀ ਲੋਕੀ ਆਪਣੇ ਗ੍ਰਾਸ ਰੂਟ ਵਿੱਚ ਚਲੇ ਜਾਣ। ਕਿਸੇ ਥਾਣੇ ਗਲਤ ਹੁੰਦਾ ਕਿਸੇ ਬੰਦੇ ਦੇ ਨਾਲ, ਉੱਥੇ 500 ਬੰਦਾ ਇਕੱਠਾ ਹੋ ਕੇ ਚਲੇ ਜਾਓ। ਤਹਿਸੀਲਦਾਰ ਕੋਈ ਤਸੀਲੇ ਪੈਸੇ ਲੈਂਦਾ, ਉੱਥੇ ਆਪਦੇ ਗਰੁੱਪਾਂ 'ਚ 500 1000 ਬੰਦਾ ਚਲੇ ਜਾਓ। ਦੂਸਰੀ, ਉੱਥੇ ਖੇਤੀ ਦੇ ਬਾਰੇ ਕਿਸੇ ਦਾ ਕੋਈ ਜਿੱਦਾਂ ਕੋਈ ਹਾਊ ਟੂ ਪੁੱਟ ਦੀ ਫਾਊਂਡੇਸ਼ਨ ਕਿਵੇਂ ਬਣਾਉਣੀ ਆ, ਜਿਹੜੇ ਬਾਹਰ ਐਕਸਪੋਰਟ ਕਿਵੇਂ ਤੁਸੀਂ ਕਰਨਾ ਉਹਨੂੰ। ਜਿੰਨੇ ਇੱਥੇ ਯੂਰਪ ਦੇ ਵਿੱਚ ਇੱਧਰੋਂ ਸਾਡੇ ਅਮਰੀਕਨ ਸਾਈਡ ਤੋਂ ਸਾਰਾ ਸਮਾਨ ਜਾ ਰਿਹਾ ਉੱਥੇ। ਮੈਂ ਅੱਗੇ ਵੀ ਗੱਲ ਕਰਦਾ ਸੀ, ਉੱਥੇ ਸਬਜ਼ੀਆਂ ਦਾ ਕੀਤਾ ਜਾ ਸਕਦਾ, ਨਵੇਂ ਫਰੂਟਾਂ ਦਾ ਕੀਤਾ ਜਾ ਸਕਦਾ। ਔਨ ਦਾ ਅਦਰ ਹੈਂਡ, ਸਭ ਤੋਂ ਵੱਡੀ ਚੀਜ਼ ਟਰਾਂਸਪੋਰਟੇਸ਼ਨ ਆ। ਇਹਨਾਂ ਬੰਦਿਆਂ ਕੋਲ ਪੈਸਾ, ਸਾਡੇ ਕੋਲ ਵੀ, ਲੋਕਾਂ ਕੋਲ ਵੀ, ਸਾਰਿਆਂ ਕੋਲ। ਉੱਥੋਂ ਸਪੋਜ਼ ਅੰਮ੍ਰਿਤਸਰ ਤੋਂ ਜਾਂ ਲੁਧਿਆਣੇ ਤੋਂ ਤੁਸੀਂ ਕਾਰਗੋ ਪਲੇਨ ਲਾ ਦਿਓ, ਜਿਹੜਾ ਸਿਰਫ ਵੈਜੀਟੇਬਲ ਦੇ ਨਾਲ ਹੀ ਡੀਲ ਕਰਨ। ਉਹਦੇ ਨਾਲ ਹੀ ਤੁਸੀਂ ਉਹਨਾਂ ਕੰਟਰੀਆਂ ਨੂੰ ਸਾਰਿਆਂ ਨੂੰ ਕੰਪੀਟ ਕਰ ਸਕਦੇ ਆ। ਕੌਣ ਕਰੇਗਾ? ਗਵਰਨਮੈਂਟ ਕਰੇਗਾ। ਵਾਟ ਵੀ ਕੈਨ ਡੂ, ਆਈ ਐਮ ਟਾਕਿੰਗ ਟੂ ਯੂ ਪਲੀਜ਼। ਤੋਂ ਤਾਂ ਹਾਲ ਦੀ ਘੜੀ ਡੋਂਟ ਐਕਸਪੈਕਟ ਫਰਮ ਗਵਰਨਮੈਂਟ ਐਨੀਥਿੰਗ। ਜਿੱਦਾਂ ਕਿਸਾਨ ਮੋਰਚੇ ਵਰਗੀਆਂ ਜਥੇਬੰਦੀਆਂ ਇਸੇ ਤਰ੍ਹਾਂ ਲੋਕੀ ਇਕਨੋਮਿਕਲੀ ਆਰਗੇਨਾਈਜ਼ ਹੋ ਕੇ ਆਉਣ, ਦੈਨ ਦੇ ਗੋ ਟੂ ਦਾ ਗਵਰਨਮੈਂਟ। ਫਿਰ ਉਹੀ ਮੋਰਚਾ ਤੇ ਫਿਰ ਉਹੀ ਉਹਨਾਂ ਦੇ ਨਾਲ ਗੱਲਬਾਤ ਵੀ ਅਸੀਂ ਇੰਨੇ ਬੰਦੇ ਹੋ ਗਏ ਇੱਥੋਂ, suppose we want to put 2 or 10 cargo planes going all that in the Middle East and the Europe.
ਤੇ ਉਹਨਾਂ ਬੰਦਿਆਂ ਨੂੰ ਪਰਮਿਟ ਮਿਲਣ, ਸਾਰਾ ਕੁਝ ਮਿਲੇ, ਉਹ ਅੱਗੇ ਆਪਦਾ ਆਰਗੇਨਾਈਜ਼ ਕਰਨ ਕਿਸਾਨਾਂ ਨਾਲ। ਇਟਸ ਅ ਬਿਗ ਬਿਜ਼ਨਸ। So can we help anything as a NRI farmers? Anything you can help it as a model? we can get some farmers from here। ਚੰਦੀਤ ਵਾਟ ਜੀ ਹੈਗੇ ਆ, ਹਾਂਜੀ ਹੋਰ ਹਾਂਜੀ ਬੰਦੇ ਹੈਗੇ ਆ, ਹੋਰ ਵੀ ਹੋਣਗੇ। ਜਦੋਂ ਤੁਸੀਂ ਵਧੀਆ ਕੰਮ ਕਰਦੇ ਹੋ everybody want to be partner। ਓਕੇ ਇੱਥੇ ਮਨਜੀਤ ਜੀ ਅਸੀਂ ਆਨਲਾਈਨ ਆਪਦੀ ਕਾਰਪੋਰੇਸ਼ਨ ਐਂਟਰ ਕਰ ਲੈਂਦੇ ਆ, ਸਾਰਾ ਕੁਝ ਬਣਾ ਲੈਂਦੇ ਆ। ਉੱਥੇ ਇੱਕ ਕਾਰਪੋਰੇਸ਼ਨ ਐਂਟਰ ਕਰਨ ਲਈ ਤੁਹਾਨੂੰ ਮਿਨਿਸਟਰੀਅਲ ਲੈਵਲ ਦੀ ਸਪੋਰਟ ਚਾਹੀਦੀ ਹੈ। ਉਹਦੇ ਲਈ ਹਾਂਜੀ ਸੋਚਣਾ ਪੈਣਾ। ਓਕੇ ਮਨਜੀਤ ਜੀ ਹਾਂਜੀ ਹੋਰ ਹਾਂਜੀ, ਮੈਂ ਦੋਵਾਂ ਗੱਲਾਂ ਦਾ ਇਸ ਬਰੀਫ ਦੇ ਵਿੱਚ ਰਿਸਪੌਂਸ ਦਊਂਗਾ। ਇਹ ਕਹਿੰਦੇ ਕਿ ਪਾਰਟੀਆਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਸੀ। ਪਾਰਟੀਆਂ ਤੇ ਡਰੀਆਂ ਪਈਆਂ, ਉਹ ਤੇ ਦਿਲੋਂ ਇਹ ਚਾਹੁੰਦੀਆਂ ਵੀ ਇਹ ਫੇਲ ਹੋ ਜਾਣ, ਕਿਉਂਕਿ ਉਹਨਾਂ ਦੀ ਜਿਹੜੀ ਚੜ੍ਹਤ ਸੀਗੀ, ਜਿਹੜੇ ਉਹ ਚਾਂਬੜਾਂ ਪਾਉਂਦੇ ਸੀਗੇ, ਉਹ ਤੇ ਚੜ੍ਹਤ ਹੁਣ ਕਿਸਾਨਾਂ ਦੀ ਆ ਇਸ ਵੇਲੇ। ਮੈਂ ਜਿਵੇਂ ਪਹਿਲਾਂ ਕਹਿ ਗਿਆ, ਉਹਨਾਂ ਨੂੰ ਇਹ ਲੱਗਦਾ ਕਿ ਕੱਲ ਨੂੰ ਜੇ ਜਿੱਤ ਕੇ ਇਸੇ ਤਰੀਕੇ ਨਾਲ ਆ ਗਏ ਤੇ ਇਹਨਾਂ ਦਾ ਕੋਈ ਵੀ ਲੀਡਰ ਪਿੰਡ ਲੈਵਲ ਦਾ ਉੱਠ ਕੇ ਤਹਿਸੀਲਦਾਰ ਨੂੰ ਧਮਕਾ ਦਿਆ ਕਰੂਗਾ ਕਿ ਇਹ ਕੀ ਕੰਮ ਹੈ, ਓਏ ਇੱਧਰ ਆ ਜਿਹੜਾ ਸਾਰਾ ਕੰਮ ਠੀਕ ਕਰ। ਉਹ ਡਰੇ ਪਏ ਆ, ਉਹਨਾਂ ਦੀਆਂ ਗੱਲਾਂ ਪ੍ਰਾਈਵੇਟਲੀ ਅਸੀਂ ਸੁਣਦੇ ਆ। ਉਹ ਕਹਿੰਦੇ ਕਿ ਸਾਡੇ ਤੋਂ ਸੂਤਰ ਹੀ ਨਹੀਂ ਆਉਣੇ, ਜਿਸ ਤਰੀਕੇ ਨਾਲ ਇਹਨਾਂ ਨੂੰ ਹੁਣ ਸਵਾਦ ਪੈ ਗਿਆ ਆਪਣੀ ਲੀਡਰੀ ਦਾ, ਜਾਂ ਉਹਨਾਂ ਨੂੰ ਆਪਣੀ ਸ਼ਕਤੀ ਦਾ ਅੰਦਾਜ਼ਾ ਹੋ ਗਿਆ। ਇਸ ਕਰਕੇ ਉਹ ਸਪੋਰਟ ਨਹੀਂ ਕਰਨਗੇ, ਉਹ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਨਗੇ। ਉੱਪਰੋਂ ਜ਼ਰੂਰ ਬਿਆਨ ਦੇਣਗੇ, ਮਾੜਾ ਮੋਟਾ ਕੋਈ ਉਹਨਾਂ ਦੇ ਹੱਕ 'ਚ ਵੀ ਕੁਝ ਬੋਲ ਦੇਣਗੇ, ਪਰ ਉਹ ਅੰਦਰੋਂ ਆਪਣੀ ਸੱਤਾ ਦੇ ਕੋਸਟ ਦੇ ਉੱਤੇ ਆਪਣੀ ਜਿਹੜੇ ਉਹ ਆਨੰਦ ਮਾਣ ਰਹੇ ਆ, ਉਸ ਨੂੰ ਕਿਵੇਂ ਦੂਜਿਆਂ ਤੱਕ ਸ਼ੇਅਰ ਕਰਨ ਲਈ ਉਹ ਤਿਆਰ ਹੋਈ। ਦੂਜੀ ਗੱਲ ਜਿਹੜੀ ਤੁਹਾਡੀ ਹੈ ਕਿ ਦੇਖੋ, ਇਹਦੇ 'ਚ ਦੋ ਮਾਮਲੇ ਹੈਗੇ ਆ। ਮੈਂ ਬਹੁਤ ਦੇਰ ਪਹਿਲਾਂ GS ਭੱਲਾ, ਗੁਰਦਰਸ਼ਨ ਭੱਲਾ ਇਕੋਨੋਮਿਸਟ ਹੁੰਦੇ ਸੀਗੇ, ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ, ਇੱਥੇ ਪੰਜਾਬ ਯੂਨੀਵਰਸਿਟੀ 'ਚ ਪੜ੍ਹਾਉਂਦੇ ਵੀ ਰਹੇ ਕਿਸੇ ਵੇਲੇ। ਉਹਨਾਂ ਨੇ ਮੈਂ ਇਹੀ ਸਵਾਲ ਕੀਤਾ ਜਿਹੜਾ ਹੁਣ ਤੁਸੀਂ ਕੀਤਾ ਹੈ ਕਿ ਪੰਜਾਬ ਦਾ ਅਸੀਂ ਐਕਸਪੋਰਟ ਕਿਉਂ ਨਹੀਂ ਕਰਦੇ। ਉਹ ਕਹਿੰਦਾ ਜੀ ਜੋ ਵੀ ਅਸੀਂ ਬਾਹਰ ਲਿਜਾਂਦੇ ਆ ਉਹ ਸਿੰਪਲ ਜਿਹਾ ਭਰਦੇ ਆ, ਕਹਿੰਦੇ ਜੀ ਇਹਦੇ 'ਚ ਇਨਸੈਕਟੀਸਾਈਡ, ਪੈਸਟੀਸਾਈਡ ਫਲਾਨਾ ਬਹੁਤ ਆ, ਇਹ ਐਕਸਪੋਰਟ ਨਹੀਂ ਹੋ ਸਕਦਾ, ਸਾਡੇ ਕਾਬਿਲ ਨਹੀਂ, ਰਿਜੈਕਟ ਕਰਕੇ ਭੇਜ ਦਿੰਦੇ। ਇੱਕ ਤੇ ਸਾਡਾ ਮਾਮਲਾ ਇਹ ਹੈਗਾ ਕਿ ਅਸੀਂ ਉਹ ਆਰਗੈਨਿਕ ਖੇਤੀ ਜਿਹੜੀ ਇੱਥੇ ਕਿਵੇਂ ਕਰੀਏ ਜਿਹੜੀ ਬਾਹਰ ਦੀ ਮਾਰਕੀਟ ਵਿੱਚ ਐਕਸੈਪਟੇਬਲ ਹੋਵੇ ਬਾਈ ਦੇਅਰ ਸਟੈਂਡਰਡਸ। ਉਹ ਆਪਣੇ ਆਪ 'ਚ ਕਾਫੀ ਚੁਣੌਤੀ ਹੋਊਗੀ। ਫੁੱਲ ਤੇ ਚਲੋ ਹੋ ਸਕਦੇ ਆ। ਮੇਰੀ ਗੱਲ ਸੁਣ ਲਿਓ ਪਹਿਲਾਂ, ਇਸ ਮਾਮਲੇ ਤੇ ਉਹ ਕੋਈ ਚੁਣੌਤੀ ਨਹੀਂ। ਇੱਥੇ ਜਿੰਨੇ ਵੀ ਕੰਟਰੀ ਹੈਗੇ ਆ, ਉਹਨਾਂ ਨੇ ਸਰਟੀਫਾਈਡ ਪੈਸਟੀਸਾਈਡ ਦਿੱਤੇ ਹੋਏ ਆ। ਉਹ ਪੈਸਟੀਸਾਈਡ ਤੁਸੀਂ ਯੂਜ਼ ਕਰਦੇ ਆ, ਰੈਕਡ ਵਿੱਚ ਹੈਗੇ ਆ, ਦੇ ਆਰ ਐਕਸੈਪਟੇਬਲ। ਜਿਹੜਾ ਤੁਸੀਂ ਹੁਣ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ ਅਨਲਿਮਿਟਿਡ ਪੈਸਟੀਸਾਈਡ ਯੂਜ਼ ਕਰਦੇ ਆ ਬਿਨਾਂ ਕਿਸੇ ਰੈਕਡ ਤੋਂ, ਪਤਾ ਨਹੀਂ ਕੀ ਪਾ ਦਿੱਤਾ, ਦੋਜ਼ ਆਰ ਨਾਟ ਐਕਸੈਪਟੇਬਲ। ਉਹ ਸਿਸਟਮ ਨੂੰ ਪੂਰਾ ਸਮੂਥ ਲਾਈਨ ਕਰਨਾ ਪਏਗਾ। ਅਸੀਂ ਇੱਥੇ ਕੋਈ ਵੀ ਹਾਂ ਮੈਂ ਇਹੀ, ਇਹ ਆਪਣੇ ਆਪ 'ਚ ਇੱਕ ਕੰਮ ਹੋਊਗਾ, ਮੇਰਾ ਮਤਲਬ ਇਹ ਇੱਕ ਆਪਣੇ ਆਪ 'ਚ ਕ੍ਰੀਏਸ਼ਨ ਆਫ ਜੌਬਸ ਗਵਰਨਮੈਂਟ ਲਈ ਵੀ। ਹਾਂਜੀ ਸਾਨੂੰ ਉਹ ਫਾਰਮਰਾਂ ਨੂੰ ਟ੍ਰੇਨ ਕਰਦੇ ਆ, ਸਾਨੂੰ ਟ੍ਰੇਨ ਕਰਕੇ ਸਾਡੇ ਕੋਲ ਉਹਦੇ ਪਰਮਿਟਸ ਹੈਗੇ ਆ, ਦਵਾਈ ਕਿਹੜੀ ਖਰੀਦਣੀ, ਕਿਹੜੀ ਫਸਲ ਨੂੰ ਪਾਉਣੀ ਆ, ਇੰਨਾ ਕੁ ਕਰਨਾ ਤਾਂ ਉੱਥੇ ਮੈਨੂੰ ਲੱਗਦਾ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਸਿਸਟਮ ਨੂੰ ਸੈਟਅਪ ਕਰਨਾ। ਇਟਸ ਸੋ ਈਜ਼ੀ। ਨਹੀਂ ਉਹ ਤੁਹਾਨੂੰ ਥੋੜਾ ਜਿਹਾ ਜਦੋਂ ਆਓਗੇ ਨਾ, ਜਦੋਂ ਐਪਲੀਕੇਸ਼ਨ ਸਾਰੀ ਜਗ੍ਹਾ ਤੰਗ ਕਰਦੇ ਆ ਨਾ, ਬਹੁਤ ਤੰਗੀਆਂ ਹੈਗੀਆਂ। ਤੁਸੀਂ ਇੱਕੋ ਹੀ ਇਹਦਾ ਹੱਲ ਹੁਣ ਹੈਗਾ ਤੁਹਾਡੇ ਲੈਵਲ ਦੇ ਉੱਤੇ ਕਿ ਤੁਸੀਂ ਕਿਸਾਨ ਲੀਡਰ ਜਿਹੜੇ ਹੈਗੇ ਉਹਨਾਂ ਨਾਲ ਇੱਕ ਰਾਪੋ ਬਿਲਡਿੰਗ ਕਰੋ। ਤੁਹਾਡਾ ਕੰਮ ਇਹ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਜਿਹੜੇ ਵੀ ਨੇੜੇ ਤੇੜੇ ਦੇ ਕੰਟਰੀ ਹੈਗੇ ਆ, ਖਾਸ ਕਰਕੇ ਜਿਸ ਤਰ੍ਹਾਂ ਗਲਫ ਆ, ਜਿੱਥੇ ਬਹੁਤਾ ਜ਼ਿਆਦਾ ਨਾ ਪਵੇ, ਜਾਂ ਯੂਰਪੀਅਨ ਮਾਰਕੀਟ ਹੈਗੀ ਆ, ਫਿਰ ਉਦੋਂ ਬਾਅਦ ਅਮਰੀਕਾ ਕੈਨੇਡਾ ਬਹੁਤ ਦੂਰ ਪੈ ਜਾਂਦਾ, ਜਿੱਥੇ ਵੀ ਤੁਸੀਂ ਸੋਚ ਸਕਦੇ ਆ ਕਿ ਜਿਹੜੀ ਵੀ ਚੀਜ਼ ਉਹਦੀ ਇੱਕ ਹੋਮਵਰਕ ਕਰਕੇ ਇੱਕ ਪ੍ਰਪੋਜ਼ਲ ਕਿਸਾਨਾਂ ਨਾਲ ਡਿਸਕਸ ਕੀਤੀ ਜਾਏ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਸਾਡੇ ਕਿਸਾਨ ਵੀਰ ਪੜ੍ਹੇ ਲਿਖੇ ਆ, ਬੜੇ ਐਂਟਰਪ੍ਰੈਨਿਓਰਿੰਗ ਆ, ਬੜੇ ਨਵੀਆਂ ਚੀਜ਼ਾਂ ਲਈ ਰਿਸੈਪਟਿਵ ਹੈਗੇ ਆ। ਮੈਂ ਤੇ ਆਪਣੇ ਅੱਖਾਂ, ਮੈਂ ਖੁਦ BSc ਐਗਰੀਕਲਚਰ MSc ਕਰਕੇ ਮੈਂ ਦੇਖਦਾ ਰਿਹਾ ਕਿਵੇਂ ਇਹਨਾਂ ਨੇ ਸਨਫਲਾਵਰ ਲਾਉਣਾ ਸ਼ੁਰੂ ਕੀਤਾ, ਕਿਵੇਂ ਮੈਂਥਾ ਦਾ ਜਿਹੜਾ ਤੇਲ ਕੱਢ ਕੇ ਵੇਚਣਾ ਸ਼ੁਰੂ ਕੀਤਾ, ਸਾਰਾ ਫੇਲ ਫੂਲ ਕਰਕੇ ਰੱਖਤਾ। ਕਿਉਂਕਿ ਸਾਡੇ ਇਮਾਨਦਾਰੀ ਜਿਹੜੇ ਵਿੱਚ ਪੈਸਾ ਖਾਣਾ ਜਾਂ ਕੋਈ ਹੋਰ ਗੱਲਾਂ ਬਾਤਾਂ ਕਰਨੀਆਂ, ਜਿਹੜੇ ਰਾਜਨੀਤਿਕ ਲੋਕਾਂ ਦਾ ਉਹ ਬੜਾ ਭ੍ਰਸ਼ਟ ਸਿਸਟਮ ਹੈ, ਤੁਹਾਨੂੰ ਤਜਰਬਾ ਹੋਣਾ। ਉਸ ਨੂੰ ਬਾਈਪਾਸ ਕਰਨ ਲਈ ਜ਼ਰੂਰੀ ਹੈ ਕਿ ਕਿਸਾਨਾਂ ਦਾ ਡਾਇਰੈਕਟ ਇਨੀਸ਼ੀਏਟਿਵ ਲੈ ਕੇ ਤੁਹਾਡੇ ਨਾਲ ਇੱਕ ਰਾਪੋ ਬਿਲਡਿੰਗ ਹੋ ਜਾਏ। ਆਪਾਂ ਉਸਦੇ ਇੱਕ ਮਾਡਲ ਕੁਝ ਇੱਕ ਵਾਰੀ ਕਾਮਯਾਬ ਕਰ ਦਈਏ, ਫਿਰ ਤੁਹਾਡੀ ਬੱਲੇ ਬੱਲੇ ਉਹ ਸਾਰੇ ਦੇਸ਼ 'ਚ ਰੈਪਲੀਕੇਟ ਹੋ ਜਾਊਗਾ। ਮਨਜੀਤ ਸਿੰਘ ਜੀ, what we are thinking, ਅਸੀਂ ਪੋਲਿਟਿਕਸ ਕੋਈ ਇਨਵੋਲਵ ਨਹੀਂ ਹੋਣਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ। ਲੈਟ them do whatever they do it, ਪਬਲਿਕ ਇਲੈਕਟ ਕਰੇ। ਸਾਡਾ ਪਰਪਸ ਆ ਜਿਹੜੇ ਇੱਥੇ ਦੇ ਫਾਰਮਰ ਆ
ਉਹ ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦੇ ਦਈਏ ਕਿ ਤੁਸੀਂ ਇੱਕ ਮਾਡਲ ਪਿੰਡ 'ਚ ਬਣਾ ਦਈਏ, ਯੰਗ ਮੁੰਡੇ ਕੋਈ ਵੀ ਆਪਾਂ ਕਰ ਲਈਏ, ਤੁਸੀਂ ਇੱਕ ਉਹਦੇ ਵਿੱਚ ਹੈਲਪ ਕਰ ਦਿਓ ਸਾਡੀ। ਔਰ ਅਸੀਂ ਹਰ ਇੱਕ ਪਿੰਡ 'ਚ 5-5 ਬੱਚੇ ਯੰਗ ਮੁੰਡੇ ਜਿਹੜੇ ਲਾ ਕੀਤੀ ਹੈ ਬੈਚਲਰ ਡਿਗਰੀ, ਉਹਨਾਂ ਨੂੰ ਇਕੱਠੇ ਕਰਕੇ ਉਹ ਦੇ ਵਿਲ ਹੈਲਪ ਯੂ ਐਂਡ ਵੀ ਕੈਨ ਸਮਥਿੰਗ ਮੇਕ ਅ ਮਾਡਲ ਫਾਰ ਦੈਟ, ਸਮਥਿੰਗ ਲਾਈਕ ਦੈਟ। ਅਮਰੀਕ ਸਿੱਧੀ ਜੀ 2 ਮਿੰਟ 'ਚ ਫਾਈਨਲ ਕਰ ਦਿਓ ਬਈ ਤੁਸੀਂ, ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ। ਸਰ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਮਨਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ। ਮੈਂ ਹੁਣੇ ਤੁਹਾਡੇ ਵਿਚਾਰ ਸੁਣਦਾ ਸੀ। ਮੇਰਾ 2 ਕੁਐਸਚਨ ਹੈ, ਦੋਨੋਂ ਛੋਟੇ। ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਐਜੂਕੇਸ਼ਨ ਦਾ ਰਾਜਸੀਕਰਨ ਹੋ ਚੁੱਕਿਆ। ਸਟੂਡੈਂਟਸ ਜਿਹੜੇ ਉੱਥੋਂ, ਜਿਹੜਾ ਵੀ ਸਟੂਡੈਂਟ ਹੈਗਾ, ਜੇ ਕਿਤੇ ਗ੍ਰੈਜੂਏਟ ਹੋ ਜਾਂਦਾ ਤਾਂ ਉਹ ਇਹ ਚਾਹੁੰਦਾ ਕਿ ਮੈਂ ਬਾਹਰਲੇ ਮੁਲਕ ਨੂੰ ਚਲਾ ਜਾਵਾਂ। ਇਹਦੇ ਨਾਲ ਤੁਹਾਡੇ ਤੋਂ ਸਟੂਡੈਂਟ ਪੜ੍ਹੇ ਲਿਖੇ ਬੱਚੇ ਸਾਰੇ ਬਾਹਰ ਚਲ ਜਾਣਗੇ, ਇਹਦਾ ਦੇਸ਼ ਤੇ ਕੀ ਅਸਰ ਪਵੇਗਾ? ਪਹਿਲਾ ਕੁਐਸਚਨ ਇਹ ਹੈ। ਤੇ ਦੂਸਰਾ, ਜੇ ਤੁਸੀਂ ਚਾਹੋ ਤੇ ਇਹਦਾ ਆਨਸਰ ਦੇ ਦਿਓ ਕਿ ਤੁਹਾਡਾ ਪੋਲੀਟੀਕਲ ਅਲਾਈਅੰਸ ਇਸ ਵੇਲੇ ਕਿਹਨਾਂ ਦੇ ਨਾਲ ਹੈ? ਹਾਂਜੀ, ਦੇਖੋ, ਨਹੀਂ ਮੈਂ ਤੇ ਮੈਨੂੰ ਜਿਹੜਾ ਮੀਡੀਆ ਸਾਰੇ ਦੇ ਵਿੱਚ, ਮੈਂ 3-3 4-4 ਚੈਨਲਾਂ 'ਚ ਕਈ ਵਾਰੀ ਤਾਂ ਬਹੁਤ ਜ਼ਿਆਦਾ ਟਾਈਮ ਵੀ ਲੱਗ ਜਾਂਦਾ, ਉਹ ਪੋਲੀਟੀਕਲ ਐਨਾਲਿਸਟ ਦੇ ਤੌਰ ਤੇ ਹੈ, ਤੇ ਮੈਂ ਕਿਸੇ ਵੀ ਪਾਰਟੀ ਨਾਲ ਅਲਾਈਨਮੈਂਟ ਅਫੋਰਡ ਨਹੀਂ ਕਰ ਸਕਦਾ ਐਸ ਪੋਜੀਸ਼ਨ 'ਚ। ਇੱਕ ਤੇ ਮੇਰੀ ਮਤਲਬ ਲਿਮਿਟੇਸ਼ਨ ਸਮਝੋ। ਜੇ ਤੁਸੀਂ ਮੇਰੀ ਪੋਲੀਟੀਕਲ ਓਰੀਐਂਟੇਸ਼ਨ ਚਾਹੁੰਦੇ ਆ ਜਾਣਨੀ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਹਮੇਸ਼ਾ ਪ੍ਰੋ ਪੀਪਲ ਰਹੀ ਹੈ, ਕਿਉਂਕਿ ਅਸੀਂ ਖੁਦ ਜਿਸ ਤਰ੍ਹਾਂ ਘਾਹ ਖੋਤਣ ਵਾਲੇ ਲੋਕ ਹੁੰਦੇ ਆ, ਉਹਨਾਂ ਚੋਂ ਹੀ ਉੱਠ ਕੇ ਪੜ੍ਹ ਗਏ, ਧੱਕੇ ਨਾਲ ਕੋਈ ਮੈਰਿਟ ਫੈਲੋਸ਼ਿਪ ਲੈ ਲਿਆ, ਨਾਲ ਲੜਾਈਆਂ ਝਗੜੇ ਕਰਦੇ ਰਹੇ, ਉਹੋ ਜਿਹੀ ਬਿਰਤੀ ਲੜਾਕੂ ਜੀ ਬਣ ਗਈ। ਤੇ ਉਹੋ ਜਿਹੀ ਹਾਂ ਹੁਣ ਅਸੀਂ ਵੀ। ਸਾਡੀ ਪੋਲਿਟਿਕਸ ਇਹ ਹੈ ਕਿ ਜੋ ਮੈਂ ਕੋਈ ਆਪਣੇ ਆਪ ਨੂੰ ਕੰਪੇਅਰ ਕਰਕੇ ਨਹੀਂ ਕਹਿੰਦਾ, ਜੋ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ, ਕਬੀਰ ਦਾ ਸੀ, ਫਰੀਦ ਜੀ ਦਾ ਹੈ, ਉਸ ਨੂੰ ਆਪਾਂ ਮੱਦੇ ਨਜ਼ਰ ਰੱਖ ਕੇ ਕਿ ਧਰਤੀ ਦੇ ਉੱਤੇ ਕੁਝ ਇਨਸਾਫ ਜਾਂ ਕੋਈ ਬਿਹਤਰੀ ਕਿੰਨੀ ਹੋ ਸਕੇ, ਉਹਦੇ ਲਈ ਕੋਈ ਵੀ ਜੱਕਾ, ਟਾਂਗਾ, ਘੋੜਾ, ਗਧਾ ਜਿਹੜਾ ਵੀ ਮਿਲ ਜੇ, ਅਸੀਂ ਉਹਦੇ ਤੇ ਚੜ੍ਹ ਕੇ ਕੋਸ਼ਿਸ਼ ਵੀ ਕਰਦੇ ਹਾਂ ਕਿ ਇਹਨੂੰ ਅੱਗੇ ਤੋਰਿਆ ਜਾਏ, ਇਸ ਵਿਚਾਰ ਨੂੰ। ਤੇ ਜੇ ਪਤਾ ਲੱਗ ਜੇ ਕਿ ਨਹੀਂ ਇਹ ਤੇ ਕੰਮ ਹੋ ਰਿਹਾ, ਇਹਨਾਂ ਦਾ ਕਹਿਣਾ ਕੁਝ ਹੋ ਰਿਹਾ, ਅਸਲ 'ਚ ਹੋ ਰਿਹਾ, ਅਸੀਂ ਫੱਟ ਦੇਣੀ ਉੱਤਰ ਵੀ ਜਾਂਦੇ ਆ। ਇਸ ਲਈ ਸਾਡੀ ਕੋਈ ਰਾਜਨੀਤੀ ਉਸ ਤਰ੍ਹਾਂ ਨਹੀਂ ਹੈ। ਮੈਂ ਬੜਾ ਡਿਸਇਲੂਜ਼ਨਡ ਆ ਰਾਜਨੀਤਿਕ ਲੋਕਾਂ ਤੋਂ, ਮੈਂ ਉਹਨਾਂ ਨੂੰ ਬਘਿਆੜ ਸਮਝਦਾ, ਔਰ ਜਿਹੜਾ ਲਾਗੇ ਜਾਂਦਾ ਉਹਦੀਆਂ ਹੱਡੀਆਂ ਵੀ ਚਬਾ ਜਾਂਦੇ ਆ। ਕੁਮਰ ਵਿਜੇ ਪ੍ਰਤਾਪ ਜਾ ਰਿਹਾ, ਦੇਖਦੇ ਆ ਉਹਦੀਆਂ ਬਚਦੀਆਂ ਕਿ ਨਹੀਂ ਬਚਦੀਆਂ। ਬਾਕੀ ਐਜੂਕੇਸ਼ਨ ਬਾਰੇ, ਹਾਂ, ਜਿਹੜਾ ਐਜੂਕੇਸ਼ਨ ਦਾ ਖਲਾ ਹੈ ਇੱਕ ਬਹੁਤ ਹੀ ਵੱਡਾ ਹੈ। ਦੇਖੋ, ਜੇ ਤੁਹਾਡਾ ਯੂਥ ਜਿਹੜਾ ਭਵਿੱਖ ਆ ਉਹ ਚਲੇ ਗਿਆ, ਇੱਥੇ ਬੁੱਢੇ ਖਾਉ ਸਾਡੇ ਵਰਗੇ ਕਰੀ ਜਾਣਗੇ, ਉਹ ਤੇ ਚਲੇ ਹੀ ਗਿਆ ਵਿੱਚੋਂ, ਇੱਕ ਜਨਰੇਸ਼ਨ ਗੈਪ ਪੈ ਜਾਣਾ ਹੈ। ਉਹ ਤੇ ਦੂਜੇ ਦੇਸ਼ ਦੀ ਇਕਨੋਮੀ ਦਾ ਸੇਵਾ ਕਰਨਗੇ, ਆਪਣੇ ਦਾ ਤੇ ਪੱਠਾ ਬੈਠੂਗਾ। ਇਹ ਬੜੀ ਵੱਡੀ ਅਫਸੋਸ ਵਾਲੀ ਗੱਲ। ਔਰ ਸਾਡੇ ਲੀਡਰਾਂ ਨੂੰ ਬਿਲਕੁਲ ਕੋਈ ਸ਼ਰਮ ਨਹੀਂ ਆਉਂਦੀ, ਉਹ ਸਗੋਂ ਖੁਸ਼ ਹੀ ਹੁੰਦੇ ਹੋਣਗੇ ਅੰਦਰੋਂ ਵੀ ਜਿਨ੍ਹਾਂ ਬੰਦਿਆਂ ਤੋਂ ਕਦੀ ਉਹਨਾਂ ਨੂੰ ਚੁਣੌਤੀ ਪੈ ਸਕਦੀ ਸੀ, ਉਹਦੇ ਦੇਸ਼ ਛੱਡ ਕੇ ਭੱਜੀ ਜਾ ਰਹੇ ਆ। ਤੇ ਆ ਬੁੱਢੇ ਰਹਿਣੇ ਆ, ਇਹਨਾਂ ਨੇ ਕੀ ਲੜਨਾ, ਇਹਨਾਂ ਨੂੰ ਅਸੀਂ ਵੈਸੇ ਵੋਟਾਂ ਬਾਪੂ, ਚਾਇਆ, ਤਾਇਆ, ਚਾਚਾ ਕਹਿ ਕੇ ਵੋਟਾਂ ਲਈ ਜਾਵਾਂਗੇ, ਤੇ ਉਹਨਾਂ ਦਾ ਤੇ ਵੋਟਾਂ ਤੱਕ ਮਤਲਬ ਹੈ ਰਾਜ ਕਰਨਾ, ਭਾਵੇਂ ਇੱਥੇ ਖੋਪੜੀਆਂ ਹੀ ਬਚਣ, ਕਬਰਾਂ ਹੀ ਬਚਣ, ਉਹਦੇ ਤੇ ਵੀ ਰਾਜ ਕਰੀ ਜਾਣਗੇ। ਇਸ ਕਿਸਮ ਦਾ ਐਟੀਟਿਊਡ ਹੈਗਾ। ਜੇ ਵਿਕਾਸ ਦਾ ਹੈ ਹੀ ਨਹੀਂ, ਮਾਨਵਤਾ ਦਾ ਹੈ ਹੀ ਨਹੀਂ, ਫਿਰ ਆਪਾਂ ਕਿਵੇਂ ਕਹੀਏ ਇਹ ਗੁਰੂ ਨਾਨਕ ਦੀ ਧਰਤੀ ਦਾ ਹਾਲ ਹੈ। ਮੈਂ ਬਾਕੀ ਦੀਆਂ ਧਰਤੀਆਂ ਦਾ ਤੇ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ। ਪਿਸ਼ੌਰਾ ਸਿੰਘ ਜੀ ਕਲੋਜ਼ ਕਰ ਦਿਓ। ਪਿਸ਼ੌਰਾ ਸਿੰਘ ਜੀ, ਫਰੈਸ਼ ਸਾਹਿਬ, ਇਹ ਸਾਰਾ ਕੁਝ ਉੱਥੋਂ ਦਾ ਵੀ ਸੁਣ ਕੇ, ਵਿਚਾਰ ਕੇ, ਤੁਹਾਡੀਆਂ ਅੱਜ ਸਾਰੀਆਂ ਗੱਲਾਂ ਸੁਣ ਕੇ, ਤੇ ਮੇਰੇ ਕੋਲ 2 ਨਿੱਕੇ ਕੁਐਸਚਨ ਨੇ ਆ ਰਿਹਾ। ਸਵਾਲ ਹੁਣ ਇਹ ਆ ਵੀ ਪਿੰਡਾਂ ਦੇ ਵਿੱਚ ਜਿੰਨੀ ਮਰਜ਼ੀ ਚੇਤਨਤਾ ਆ ਜਾਵੇ, ਦਬਾਅ ਹੋ ਜਾਵੇ, ਪਰ ਜਿਹੜੇ ਕਾਨੂੰਨ ਨੇ ਉਹ ਉਹਨਾਂ ਨੇ ਨਹੀਂ ਬਣਾਉਣੇ। ਕਾਨੂੰਨ ਤੇ ਲੈਜਿਸਲੇਟਰਸ ਨੇ ਬਣਾਉਣੇ ਨੇ, ਜਿਨ੍ਹਾਂ ਨੂੰ ਉਹਨਾਂ ਨੇ ਚੁਣ ਕੇ ਘੱਲਣਾ। ਤੇ ਉਹ ਜਦੋਂ ਚੁਣ ਕੇ ਘੱਲਣਾ, ਜਿਸ ਤਰ੍ਹਾਂ ਤੁਸੀਂ ਆਪਣੇ ਪਹਿਲੇ ਸਵਾਲ ਵਿੱਚ ਕਿਹਾ ਸੀ ਕਿ ਜਿੰਨਾ ਚਿਰ ਉਹ ਫਰੇਮਵਰਕ ਨਹੀਂ ਹੈਗਾ, ਜਿੰਨਾ ਚਿਰ ਉਹ ਇਲੈਕਟਰਲ ਰਿਫਾਰਮਸ ਨਹੀਂ ਹੈਗੇ, ਜਿਹਦੇ ਵਿੱਚ ਉਹ ਬੰਦੇ ਉਹ ਖਲੋਤੇ ਰਹਿਣਗੇ ਆਪਣੇ ਪੈਰਾਂ ਤੇ, ਜਿਨ੍ਹਾਂ ਨੂੰ ਜਿਸ ਤਰ੍ਹਾਂ ਤੁਸੀਂ ਭੇਜਿਆ ਸੀ, ਉਹਦੀ ਗਰੰਟੀ ਕੌਣ ਦੇਵੇਗਾ? ਤੇ ਉਹ ਜਿਹੜਾ ਇਸ ਹੁਣ ਛੋਟੇ ਜਿਹੇ ਟਾਈਮ ਦੇ ਵਿੱਚ ਜਿਹੜਾ ਰਹਿ ਗਿਆ ਇਹਨਾਂ ਇਲੈਕਸ਼ਨਾਂ ਤੋਂ, ਤੇ ਸ਼ਾਇਦ ਨਾਮੁਮਕਿਨ ਹੋਵੇ, ਪਰ ਅਗਲੀਆਂ ਵਿੱਚ ਹੀ ਸ਼ਾਇਦ ਕੰਸੀਡਰ ਹੋਵੇ। ਮੈਂ ਸਮਝਦਾ ਹਾਂ ਕਿ ਜਿੰਨਾ ਚਿਰ ਸਾਰੀਆਂ ਗੱਲਾਂ ਤੋਂ ਤੁਹਾਡੀਆਂ ਸੁਣ ਕੇ ਵੀ ਤੇ ਉੱਥੋਂ ਦਾ ਆਵਾਜ਼ ਕੇ, ਸਭ ਤੋਂ ਪਹਿਲੀ ਗੱਲ ਜਿਹੜੀ ਆ ਉਹ ਹੈਲਥ ਜਾਂ ਐਜੂਕੇਸ਼ਨ ਜਾਂ ਐਮਪਲੋਇਮੈਂਟ ਨਹੀਂ, ਉਹ ਇਲੈਕਟਰਲ ਰਿਫਾਰਮ ਦੀ ਹੈ।
ਜੇ ਇਲੈਕਟੋਰਲ ਰਿਫਾਰਮ ਜਿਹੜਾ ਉਹ ਇਹ ਗਰੰਟੀ ਨਹੀਂ ਕਰਦਾ ਇਕੁਅਲ ਅਪਰਚੁਨਿਟੀ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ। ਜਿਸ ਤਰ੍ਹਾਂ ਮਲੀ ਸਾਹਿਬ ਨੇ ਦੱਸਿਆ, ਜੇ ਕੋਈ ਗਲਤ ਬੰਦਾ ਚੁਣਿਆ ਗਿਆ ਜਾਂ ਠੀਕ ਵੀ ਚੁਣਿਆ ਗਿਆ ਤੇ ਆਪਣੀ ਠੀਕ ਰਾਹ ਤੇ ਨਹੀਂ ਚੱਲਦਾ, ਉਹਨੂੰ ਰੀਕਾਲ ਦਾ ਪ੍ਰੋਸੈਸ ਹੋਵੇ। ਉਹਨਾਂ ਦੀ ਜੇ ਉਹ ਇਹ ਚੀਜ਼ਾਂ ਇਲੈਕਟੋਰਲ ਰਿਫਾਰਮ ਦੇ ਵਿੱਚ ਨਹੀਂ ਆਉਂਦੀਆਂ ਤੇ ਜਿਹੜਾ ਮਰਜ਼ੀ ਬੰਦਾ, ਮਤਲਬ ਕਿਸੇ ਵੀ ਦਬਾਅ ਨਾਲ ਤੁਸੀਂ ਬੰਦਾ ਉੱਥੇ ਭੇਜ ਦਿਓਗੇ, ਜਿਹੜਾ ਉਸ ਚਿੱਕੜ ਦੇ ਵਿੱਚ ਚਲਾ ਜਾਵੇਗਾ ਉਹ ਤਾਂ ਉਸੇ ਚਿੱਕੜ ਵਿੱਚ ਰੰਗਿਆ ਜਾਵੇਗਾ। ਸੋ ਇਹ ਇੰਨੇ ਛੋਟੇ ਜਿਹੇ ਟਾਈਮ ਦੇ ਵਿੱਚ ਕੈਨ ਸਮਥਿੰਗ ਬੀ ਡਨ। ਆਈ ਥਿੰਕ ਇਨ ਦ ਲੌਂਗ ਟਰਮ ਤੇ ਜ਼ਰੂਰ ਕਰੋਗੇ ਤੁਸੀਂ, ਹੋਵੇਗਾ। ਥੈਂਕ ਯੂ। ਬਿਲਕੁਲ ਠੀਕ ਹੈ। 50 ਸਾਲ ਮੈਨੂੰ ਹੋ ਗਏ ਆ ਇਹੋ ਜਿਹਾ ਹੀ ਰੌਲਾ ਰੱਪਾ ਪਾਉਂਦਿਆਂ, ਡਾਂਗਾ ਸੋਟੇ ਚਲਾਉਂਦਿਆਂ, ਤੇ ਰੁਕਣ ਦੀ ਜਗ੍ਹਾ ਸਿਸਟਮ ਅਜੇ ਵੀ ਰੁਕਣ ਦੀ ਜਗ੍ਹਾ ਪੱਠਾ ਹੀ ਬੈਠਾ। ਸਾਡਾ ਰੋਲ ਇਹੀ ਹੈ ਕਿ ਲੱਗੇ ਰਹਿਣਾ ਔਰ ਸਹੀ ਸੋਚ ਨਾਲ ਲੱਗੇ ਰਹਿਣਾ, ਆਪਣੇ ਤਜਰਬੇ ਤੋਂ ਲਗਾਤਾਰ ਸਿੱਖਣਾ, ਆਪਣੇ ਆਪ ਨੂੰ ਓਪਨ ਮਾਈਂਡ ਰੱਖਣਾ। ਮੇਰਾ ਖਿਆਲ, ਮੈਂ ਇਸ ਤਰ੍ਹਾਂ ਸਮਝਦਾ ਹੈਗਾ ਕਿ ਇਹ ਇੱਕ ਔਨਗੋਇੰਗ ਲੰਬਾ ਸਟਰਗਲ ਹੈ। ਸਾਡੇ ਜਾਤੀਵਾਦ ਦਾ ਕੋਡ ਬਹੁਤ ਭਾਰੀ ਕੋਡ ਆ। ਔਰਤ ਦੀ ਇੱਜ਼ਤ ਨਾ ਹੋਣਾ, ਨੌਜਵਾਨਾਂ ਦੀ ਇੱਜ਼ਤ ਨਹੀਂ ਹੈ ਤਾਂ ਹੀ ਉਹ ਭੱਜੀ ਜਾ ਰਹੇ ਆ, ਉਹਨਾਂ ਨੂੰ ਕੋਈ ਭਵਿੱਖ ਇੱਥੇ ਦਿਖਦਾ ਨਹੀਂ। ਸਾਡੀਆਂ ਚੁਣੌਤੀਆਂ ਕਾਫੀ ਹੈਗੀਆਂ, ਪਰ ਇਹਨਾਂ ਚੁਣੌਤੀਆਂ ਚੋਂ ਹੀ ਅਪਰਚੁਨਿਟੀਜ਼ ਵੀ ਹੁੰਦੀਆਂ। ਅਸੀਂ ਉਹ ਅਪਰਚੁਨਿਟੀਜ਼ ਲੱਭ ਕੇ ਲਗਾਤਾਰ ਲੱਗੇ ਰਹਿੰਦੇ ਆ। ਜਿਹੜਾ ਸਵਾਲ ਤੁਸੀਂ ਕਹਿੰਦੇ ਆ ਕਿ ਕਿੱਥੋਂ ਸ਼ੁਰੂ ਕਰੀਏ, ਐਡੀ ਉਲਝੀ ਤਾਣੀ ਦਾ ਸ਼ੁਰੂ ਕਿੱਥੋਂ ਕਰੀਏ, ਸਾਡਾ ਪ੍ਰਾਇੋਰਿਟੀ ਕੀ ਹੋਵੇ, ਤੇ ਕੁੱਲ ਮਿਲਾ ਕੇ ਮੈਨੂੰ ਐਂ ਲੱਗਦਾ ਕਿ ਇਹ ਔਨਗੋਇੰਗ ਵੱਡਾ ਜੋਖਮ ਭਰਿਆ ਸਟਰਗਲ ਹੁੰਦਾ ਆ, ਔਰ ਅਸੀਂ ਆਪਣਾ ਫਰਜ਼ ਕਰ ਰਹੇ ਹਾਂ, ਕਰਦੇ ਰਹਿਣਾ ਚਾਹੀਦਾ। ਉਹਦੇ ਚੋਂ ਜ਼ਰੂਰ ਕੁਛ ਨਾ ਕੁਛ ਨਿਕਲਦਾ। ਹਾਂਜੀ, ਥੈਂਕ ਯੂ ਜੀ। ਮਨਜੀਤ ਸਿੰਘ ਜੀ, ਲੈਟ ਮੀ ਕਲੋਜ਼। ਮੈਨੂੰ ਲੱਗਦਾ ਚੇਂਜ ਆਏਗੀ, ਡੈਫੀਨੇਟਲੀ ਆਏਗੀ। ਹਰ ਇੱਕ ਚੀਜ਼ ਦਾ ਐਂਡ ਹੁੰਦਾ, ਔਰ ਬੱਚਾ ਉੱਥੋਂ ਭੱਜ ਰਿਹਾ ਹੈਗਾ, ਔਰ ਪਬਲਿਕ ਨੂੰ ਪਤਾ ਜੌਬਾਂ ਕ੍ਰੀਏਟ ਦੀ ਗੱਲ ਹੀ ਨਹੀਂ ਕਰ ਰਿਹਾ ਕੋਈ ਵੀ। ਔਰ ਜਿਹੜੇ ਲੋਕ ਇੱਥੇ ਬੈਠੇ ਪੜ੍ਹੇ ਲਿਖੇ ਬੜੇ ਹੈਰਾਨ ਹੋ ਜਾਂਦੇ ਆ ਦੇਖ ਕੇ ਵੀ ਇਹ ਕਰਦੇ ਕੀ ਆ ਲੋਕ। ਜੇ ਲੋਕ ਅਨਪੜ੍ਹ ਨੇ ਤਾਂ ਤੁਸੀਂ ਇੰਨਾ ਬੇਵਕੂਫ ਥੋੜਾ ਬਣਨਾ ਕਿ ਤੁਸੀਂ ਇਸ ਤਰ੍ਹਾਂ ਦੇ ਵਾਅਦੇ ਕਰ ਕਰਕੇ, ਝੂਠੇ ਕਰਕੇ, ਉਹ ਕਰਕੇ ਕੋਈ ਤਰਸ ਕਰਨਾ। ਤੁਸੀਂ ਇਹ ਚੇਂਜ ਹੋ ਚੁੱਕੀ ਆਲਰੇਡੀ। ਜਿਹੜੀ ਤੁਹਾਡੀ ਕਿਸਾਨ ਮੂਵਮੈਂਟ ਆ ਨਾ, ਇਹਨੇ ਚੇਂਜ ਲੈਣ ਦੀ ਆਲਰੇਡੀ। ਪੁਲਿਸ ਦਾ, ਮੇਰੇ ਅੱਛੇ ਦੋਸਤ ਨੇ ਪੁਲਿਸ ਦੇ ਵਿੱਚ ਵੀ, ਉਹ ਸਾਰੇ ਡਰਦੇ ਆ। ਉਹ ਕਹਿੰਦੇ ਬਾਬਾ ਇਹ ਤਾਂ ਇੱਧਰ ਨੂੰ 100 ਬੰਦਾ ਇਕੱਠਾ ਰਲ ਕੇ ਆ ਜਾਊਗਾ, ਹੁਣ ਆਪਾਂ ਕਿਸੇ ਨੂੰ ਪੁੱਛ ਨਹੀਂ ਸਕਦੇ। ਇੱਥੇ ਤੱਕ ਚੇਂਜ ਆ ਚੁੱਕੀ ਆਲਰੇਡੀ। ਆਪਾਂ ਮੀਟਿੰਗ ਕਰਾਂਗੇ, ਉਹਦੇ ਵਿੱਚ ਡਿਫਰੈਂਟ ਕਾਈਂਡ ਦਾ ਟੌਪਿਕ ਕਰਾਂਗੇ, ਜਿਹੜਾ ਕਿ ਅਸੀਂ ਪੋਲੀਟੀਕਲੀ ਇਨਵੋਲਵ ਨਹੀਂ ਹੋਣਾ ਬਿਲਕੁਲ ਹੀ। ਲੈਟ them do only we will help who is a good person in ਪੰਜਾਬ। ਚਾਹੇ ਉਹ ਅਕਾਲੀ ਦਲ ਚ ਹੋਵੇ, ਚਾਹੇ ਉਹ ਸਾਡਾ ਕਾਂਗਰਸ ਚ ਹੋਵੇ, we have nothing to do with that. Thank you very much, Manjeet ji, for your time. Chanji Bhatt, you want to say something or finish? No, finish. ਅੱਛਾ, ਮੇਰੀ ਵੱਲੋਂ ਵੀ ਬਹੁਤ ਚੰਗੇ ਅਲਫਾਜ਼ ਸੁਣੇ, ਜਿਹਦੇ ਨਾਲ ਸਾਨੂੰ ਐਨਕਰੇਜ ਕੀਤਾ ਕਿ ਕਿਸੇ ਨਾ ਕਿਸੇ ਟਾਈਮ ਨਾ ਪੰਜਾਬ 'ਚ ਚੇਂਜ ਜ਼ਰੂਰ ਆਊ। ਮੇਰੀ ਵੱਲੋਂ ਵੀ ਗਰੇਵਾਲ ਜੀ, ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ, ਮੈਨੂੰ ਇੰਨਾ ਮਾਣ ਬਖਸ਼ਿਆ, ਬੜਾ ਬੜਾ ਧੰਨਵਾਦ। ਮੈਂ ਵੀ ਕਿਸੇ ਪੋਲਿਟਿਕਸ ਦੇ ਵਿੱਚ ਨਹੀਂ ਹੈ ਉਹਨੂੰ, ਪਰ ਇੱਕ ਵਿਚਾਰ ਤੇ ਜ਼ਰੂਰ ਹੈ, ਬੜਾ ਸਟਰੋਂਗ ਵਿਚਾਰ ਆ ਬਚਪਨ ਤੋਂ ਲੈ ਕੇ ਹੁਣ ਤੱਕ, ਕਿ ਲੋਕ ਭਲਾ ਹੋਣਾ ਚਾਹੀਦਾ, ਇਨਸਾਫ ਧਰਤੀ ਤੇ ਹੋਣਾ ਚਾਹੀਦਾ, ਬੜਾ ਕੋਹਰਾਮ ਆ। ਉਹਦੇ 'ਚ ਆਪਾਂ ਰਲ ਮਿਲ ਕੇ ਸਾਰਾ ਪੰਜਾਬ ਨੂੰ ਕਿਵੇਂ ਸੁੰਦਰ ਬਣਾ ਸਕਦੇ ਹਾਂ, ਉਹ ਸਾਡੀਆਂ ਕੋਸ਼ਿਸ਼ਾਂ ਜਾਰੀ, ਉਹ ਕਿਵੇਂ ਵੀ ਹੋਵੇ ਉਹ ਆਪਾਂ ਸਾਂਝਾ ਕਰਦੇ ਰਹਾਂਗੇ। ਹਾਂਜੀ, ਅੱਜ ਫਾਦਰਸ ਡੇ ਵੀ ਆ, ਸੋ ਵੈਰੀ ਹੈਪੀ ਫਾਦਰਸ ਡੇ। ਥੈਂਕ ਯੂ ਜੀ, ਬਹੁਤ ਮਨਜੀਤ ਸਿੰਘ ਜੀ, ਧੰਨਵਾਦ। ਗੋਡ ਬਲੈਸ ਯੂ। ਥੈਂਕ ਯੂ ਸਰ।